वाहिगुरु जी का खालसा वाहिगुरु जी की फतेह। सतगुरां दी पावन निगी गोद विच अग दी सर्दी होने के बावजूद भी बड़े ही प्यार विच आप जी जुड़ बैठे हो। भागा भरिया अवसर सतगुरां दी किरपा नाल मिलिया। आओ इस समय नूं सतगुरां दी किरपा नाल सफला बनाइए। चल रहे पावन प्रसंगां दे विचों आप जी ने सरवण कीता सी। पादा जी दे कई सवालां नूं सुण के सतगुरां ने अमृत बचन उचारण कीता, जिस विच वो गल करदे सी भी अमीर बंदा ते सुखां दी जिंदगी जिउंदा है, गरीब दी जिंदगी दे विच दुख ते भुख बड़ी है। गरीब नवाज सतगुरां ने फिर अमृत बचन उचारण किया। दूजा भाग जिथै मिलहे वडियाइयां सद खुशियां सद छाओ, तिन मुख टिकै निकल है जिन मन सच्चा ना हो। इन्हां शब्दां द्वारा सतगुरां ने पादा जी दे प्रति उपदेश बख्शिश किया। अमृतमय शब्दां दे अंतरीक भाव दा आप जी ने बड़ा आनंद माणिया है। आओ अज फिर अगले की बचन सतगुरु जी बख्शिश करते हैं। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री श्री परमेश्वर अत दयाल, जह नर प्रापत नाम। सतगुरु गुरु नानक साहब सच्चे पातशाह पाठशाला विच चौंकड़ा ला के बालक अवस्था विच पादा जी नूं उपदेश दे रहे ने। पादा जी वो अकाल पुरख वाहिगुरु परमेश्वर दयावान है, जिहदा सब तो वड्डा सुभाव है दया। जिस दया तो धर्म की आरंभता हुई है। परमात्मा के दर ते कोई गुनाह करके पश्चाताप करे, वो इन्ना दयावान है, औगणा ते गुनाहां नूं बख्श नहीं है। बड़े बड़े पापियां ने जादे उहदी भगती करनी शुरू की ना, चाहे वह गणका सी जा अजामल पापी सी, परमेश्वर ने उन्हां दे पुराने ऐब ते गुनाह नहीं वेखे। इसलिए नहीं वेखे क्योंकि उन्हां ने हुण उन्हां गुनाहां दा प्रायश्चित कीता है, पश्चाताप कीता है। पादा जी ये सृष्टि बनाई हुई उस परमात्मा दी है। नाम जपण वालियां नूं सदा खुशियां मिलदियां ने। धन दौलत वालियां कोल केवल दुनिया दीयां खुशियां ने, पर अंदर दा सुख कोई नहीं। अंदरों दुखी रहिंदे ने। बातें बकनी बदन ते बात सरस बिन काम। परमेश्वर दे नाम तो बिना दुनियादार बंदे जिन्नियां भी गल्लां करदे ने, मर्द कहदे भाई गल्ली वाओ दुआओ
ਉਹ ਤੇ ਜ਼ੁਬਾਨ ਤੋਂ ਗੱਲਾਂ ਬਕਣ ਵਾਲਾ ਕੰਮ ਹੈ। ਪਾਣੀ ਵਿੱਚ ਡਾਂਗਾਂ ਨੇ, ਫੋਕੀਆਂ ਗੱਲਾਂ ਨੇ, ਜਿਨ੍ਹਾਂ ਗੱਲਾਂ ਦੇ ਵਿੱਚ ਕੋਈ ਤੱਥ ਨਹੀਂ, ਜਿਨ੍ਹਾਂ ਗੱਲਾਂ ਦੇ ਵਿੱਚ ਕੋਈ ਸ਼ਾਂਤੀ ਨਹੀਂ, ਜੇ ਅੰਦਰ ਪ੍ਰੀਤ ਨਹੀਂ ਪਰਮਾਤਮਾ ਦੀ, ਅੰਦਰ ਭਗਤੀ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਪਾਦਾ ਜੀ ਦੁਨੀਆ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਚਲੋ ਸਭ ਫੋਕੀਆਂ ਹੀ ਨੇ, ਫਿੱਕੀਆਂ ਹੋਣਗੀਆਂ। ਬੇਸ਼ੱਕ ਉਹ ਧਰਮ ਦੀਆਂ ਵੀ ਬੰਦਾ ਗੱਲਾਂ ਕਿਉਂ ਨਾ ਕਰਦਾ ਹੋਵੇ, ਬੜੇ ਲੋਕ ਨੇ ਧਰਮ ਦੀਆਂ ਗੱਲਾਂ ਕਰਦੇ ਨੇ ਪਰ ਧਰਮ ਅੰਦਰ ਨਹੀਂ ਹੁੰਦਾ। ਗਰੀਬ ਨਵਾਜ ਆਖ ਰਹੇ ਭਾਈ ਉਹ ਫਿੱਕੀਆਂ ਗੱਲਾਂ ਨੇ, ਉਹਨਾਂ ਗੱਲਾਂ ਦੇ ਵਿੱਚ ਕੋਈ ਚੈਨ ਸੁੱਖ ਆਨੰਦ ਨਹੀਂ ਹੁੰਦਾ। ਚੋਪਈ ਸੁਣ ਸੁਣ ਸ਼ਰੋਨਨ ਬੈਨਨ ਪਾਦਾ, ਨਿਜ ਚਿਤ ਇਹ ਲਖ ਮੰਤਰਨ ਬਾਦਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਪਾਦਾ ਜੀ ਨੂੰ ਅੰਦਰੋਂ ਤ੍ਰਿਪਤੀ ਹੋ ਰਹੀ ਹੈ। ਉਹ ਆਖਦੇ ਸੀ ਗਰੀਬ ਦੁਖੀ ਹੈ ਤੇ ਅਮੀਰ ਸੁਖੀ ਹੈ, ਪਰ ਸਾਹਿਬਾਂ ਨੇ ਜਵਾਬ ਦਿੱਤਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਕੌਣ ਸੁਖੀ ਹੈ? ਜਿਹਨੂੰ ਰੱਬ ਨੇ ਆਪ ਮਨਾਇਆ, ਜਿਹੜਾ ਪ੍ਰਭੂ ਨੂੰ ਆ ਕੇ ਮਿਲਿਆ ਨਾ, ਉਹਦਾ ਇਹ ਲੋਕ ਵੀ ਸੁਖੀਆ ਤੇ ਪਰਲੋਕ ਵੀ ਸੁਹੇਲਾ ਹੈ। ਜਮਾਨਾ ਭਾਵੇਂ ਉਹਦੇ ਦੁੱਖ ਵੇਖਦਾ ਹੈ, ਜਮਾਨਾ ਅਮੀਰੀ ਵੇਖਦਾ ਹੈ, ਜਮਾਨਾ ਉਹਦੇ ਸੁੱਖਾਂ ਨੂੰ ਵੇਖਦਾ ਹੈ, ਪਰ ਕਹਿੰਦੇ ਜੁੜਿਆ ਹੋਇਆਂ ਲਈ ਸੁੱਖ ਦੁੱਖ ਮਾਇਨੇ ਨਹੀਂ ਰੱਖਦੇ। ਪਾਦੇ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਕਹਿੰਦੇ ਜਿਵੇਂ ਸੱਪ ਤੇ ਮੰਤਰ ਪੜਿਆ ਜਾਂਦਾ ਨਾ, ਗਾਰੜੂ ਬੇਵੱਸ ਹੋ ਜਾਂਦਾ ਹੈ। ਕਹਿੰਦੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਸੁਣ ਪਾਦਾ ਜੀ ਬੇਵੱਸ ਹੋ ਗਈ। ਬੇਵੱਸ ਹੋਣਾ ਕੀ ਹੈ? ਜਿੱਥੇ ਗੁਰੂ ਦੇ ਬਚਨਾਂ ਦਾ ਆਨੰਦ ਆਵੇ ਆਪਣੇ ਆਪ ਦਾ ਪਤਾ ਨਾ ਲੱਗੇ, ਚਿੱਤ ਕਰਦਾ ਸੁਣੀ ਜਾਵਾਂ ਮਨ ਫੇਰ ਵੀ ਰੱਜਦਾ ਨਹੀਂ। ਤਿਉ ਤਿਉ ਨਮਰ ਹੋਈ ਬਰਬਾਨੀ, ਬੂਜਨ ਹੇਤ ਬਧੈ ਸੁਖ ਦਾਨੀ। ਜਿਉਂ ਜਿਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਪਾਦਾ ਜੀ ਸੁਣਦੇ ਨੇ, ਕਹਿੰਦੇ ਤਿਉਂ 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 ਨੀਵੇਂ ਹੁੰਦੇ ਜਾਂਦੇ ਆ। ਜਿਵੇਂ ਇੱਕ ਬ੍ਰਿਸ਼ ਨੂੰ ਫਲ ਲੱਗਦਾ ਹੈ, ਜਿਵੇਂ ਜਿਵੇਂ ਫਲ ਪੱਕੀ ਜਾਂਦਾ ਹੈ ਤਿਵੇਂ ਤਿਵੇਂ ਰੁੱਖ ਨੀਵਾਂ ਹੋਈ ਜਾਂਦਾ ਹੈ। ਰੱਬ ਦੇ ਪਿਆਰੇ ਉਹ ਜਿੰਨੇ ਵੱਡੇ ਦੁਨੀਆ ਕਰਕੇ ਹੋਣਗੇ, ਜਿੰਨੇ ਪਦਾਰਥ ਉਹਨਾਂ ਕੋਲੇ ਹੋਣਗੇ, ਉਹਨੇ ਨਿਮਰਤਾਵਾਨ ਤੇ ਸਾਡੇ ਵਰਗਾ ਆਕੜ ਜਾਂਦਾ ਹੈ। ਜਿਵੇਂ ਇੱਕ ਸੁੱਕਾ ਬ੍ਰਿਸ਼ ਆਕੜਿਆ ਹੁੰਦਾ ਨਾ, ਸੋਟੀ ਖਿੱਚੋ ਟੁੱਟ ਜਾਂਦੀ ਹੈ, ਤੇ ਸੰਸਾਰੀ ਬੰਦਾ ਮਾਇਆ ਧਾਰੀ ਬੰਦਾ ਰੱਬ ਨੂੰ ਭੁੱਲ ਕੇ ਇਦਾਂ ਫੋਕੀ ਸ਼ੌਹਰਤ ਦੀ ਆਕੜ ਚ ਰਹਿੰਦਾ, ਟੁੱਟ ਜਾਂਦਾ ਹੈ। ਜਿਉਂ ਜਿਉਂ ਉਹ ਨੀਵੇਂ ਹੋ ਰਹੇ ਨੇ ਤਿਉਂ ਤਿਉਂ ਗਿਆਨ ਵੱਧਦਾ ਜਾਂਦਾ ਹੈ। ਬਾਣੀ ਆਖਦੀ ਨਿਵੈ ਸੋ ਗੌਰਾ ਹੋਏ। ਕਹਿੰਦੇ ਭਾਈ ਜਿਹੜਾ ਜ਼ਿਆਦਾ ਨੀਵਾਂ ਹੁੰਦਾ ਹੈ ਨਿਮਰਤਾ ਦੇ ਵਿੱਚ, ਉਹ ਗੌਰਾ ਵੱਡਾ ਭਾਰਾ ਹੁੰਦਾ ਹੈ, ਗੁਣੀ ਹੁੰਦਾ ਹੈ। ਗੁਣੀ ਬੰਦੇ ਦੀ ਨਿਸ਼ਾਨੀ ਕੀ ਹੈ? ਜਿੰਨਾ ਵੱਡਾ ਗੁਣ ਹੋਏਗਾ ਉਹਨਾਂ ਸਿੰਪਲ ਸਿੱਧੇ ਸੁਭਾਅ ਦਾ ਹੋਊਗਾ, ਜਿਹਦੇ ਵਿੱਚ ਅਸਲ ਗੁਣ ਹੈ। ਤੇ ਜਿਨ੍ਹਾਂ ਦੇ ਗੁਣ ਸਿਰਫ ਦਿਖਾਵੇ ਵਾਲੇ ਆ ਨਾ, ਉਹ ਦਿਖਾਵਾ ਜ਼ਿਆਦਾ ਕਰਦੇ ਆ, ਆਪਣੇ ਆਪ ਨੂੰ ਹਰ ਗੱਲ ਵਿੱਚ ਫਿੱਟ ਕਰਦੇ ਆ। ਪਾਦਾ ਜੀ ਜਿਉਂ ਜਿਉਂ ਸੁਣੀ ਜਾਣ ਤਿਉਂ ਤਿਉਂ ਕਹਿੰਦੀ ਇੱਛਾ ਵਧੀ, ਮੈਂ ਸਾਹਿਬ ਕੋਲੋਂ ਕੁਝ ਹੋਰ ਵੀ ਪੁੱਛਣਾ। ਹੁਣ ਉਹ ਬਾਲਕ ਨਹੀਂ ਸਮਝਦੇ। ਪਹਿਲੇ ਸ਼ਬਦ ਤੋਂ ਪਹਿਲਾਂ ਲੱਗਦਾ ਸੀ ਮੇਰਾ ਵਿਦਿਆਰਥੀ ਹੈ, ਇੱਕ ਬੱਚਾ ਆਮ ਬੱਚਿਆਂ ਵਰਗਾ ਹੈ, ਫਿਰ ਉਹਨਾਂ ਨੂੰ ਖਾਸ ਲੱਗਣ ਲੱਗੇ। ਹੁਣ ਖਾਸ ਨਹੀਂ, ਆਮ ਖਾਸ ਤੇ ਦੁਨੀਆ ਦੀਆਂ ਗੱਲਾਂ ਨੇ, ਹੁਣ ਰੱਬ ਲੱਗਣ ਲੱਗ ਪਿਆ। ਆਖੋ ਸਤਿਨਾਮ ਪਰਮਾਤਮਾ ਦੇ ਸਾਹਮਣੇ ਮਨ 'ਚ ਇੱਕ ਫੁਰਨਾ ਆਇਆ, ਚਲੋ ਪੁੱਛ ਲਈਏ, ਕਿਉਂਕਿ ਗੁਰੂ ਨਾਲ ਗੱਲ ਕਰਨੀ ਚਾਹੀਦੀ ਹੈ। ਜਦ ਵੀ ਕੋਈ ਮਨ ਵਿੱਚ ਸ਼ੰਕਾ ਹੋਵੇ, ਬੰਦਿਆਂ ਨੂੰ ਨਾ ਪੁੱਛੋ, ਆਪਣੇ ਸਤਿਗੁਰ ਨੂੰ ਪੁੱਛੋ। ਸਤਿਗੁਰ ਕਿੱਦਾਂ ਬੋਲਦੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਦਾ ਭੰਡਾਰ ਨੇ, ਸਾਗਰ ਨੇ, ਹਰ ਗੱਲ ਦਾ ਜਵਾਬ ਦਿੰਦੇ। ਤੇ ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸੰਤੁਸ਼ਟੀ ਮਿਲੀ, ਜੋ ਅੰਦਰ ਕਿਤੇ ਖਿਆਲ ਰਹਿੰਦੇ ਸੀ ਨਾ, ਹਰ ਬੰਦੇ ਅੰਦਰ ਖਿਆਲ ਨੇ ਜੀ, ਕਿਸੇ ਅੰਦਰ ਕੋਈ ਖਿਆਲਾਤ ਨੇ, ਕਿਸੇ ਅੰਦਰ ਕੈਸੇ ਨੇ। ਹਰ ਬੰਦੇ ਦੀ ਆਪਣੀ ਵਿਅਕਤੀ, ਆਪਣਾ ਨਜ਼ਰੀਆ, ਆਪਣੇ ਖਿਆਲਾਤ ਹੁੰਦੇ ਆ। ਤੇ ਬੜੇ ਇਦਾਂ ਦੇ ਸਾਡੇ ਦਿਲ ਦੇ ਸਵਾਲ ਹੁੰਦੇ, ਸਾਰੀ ਜ਼ਿੰਦਗੀ ਜਵਾਬ ਨਹੀਂ ਮਿਲਦਾ, ਸੋਚਾਂ ਸੋਚਦੇ ਰਹੇ। ਅੱਜ ਪਾਦਾ ਜੀ ਗੁਰੂ ਸਾਹਿਬ ਦੇ ਸਨਮੁਖ ਇੱਕ ਸਵਾਲ ਹੋਰ ਰੱਖਣ ਲੱਗੇ ਨੇ, ਜੋ ਹਮੇਸ਼ਾ ਸਤਾਉਂਦਾ ਸੀ। ਪਾਤਸ਼ਾਹ ਭੂਪਤ ਇੱਕ ਕੀਤੇ, ਚੇਤਮਹੀ ਕਬ ਭਗਵੰਤ ਨਾ ਪ੍ਰੀਤੇ। ਹੁਣ ਦੇਖੋ ਕਿੱਡੀ ਗਹਿਰੀ ਗੱਲ ਕੀਤੀ ਹੈ। ਸਾਡੀਆਂ ਗੱਲਾਂ ਤੇ ਫੋਕੀਆਂ ਹੁੰਦੀਆਂ ਜੀ, ਆਪਾਂ ਦੁਨੀਆਦਾਰ ਬੰਦੇ ਆਪਣੀਆਂ ਗਿਆਨ ਦੀਆਂ ਗੱਲਾਂ ਕਰੀਏ, ਸਾਡੀਆਂ ਗੱਲਾਂ ਸਿਰਫ ਸਾਡਾ ਸਵਾਰਦੀਆਂ, ਦੂਜੇ ਦਾ ਵਿਗਾੜਦੀਆਂ।
ਉਹਨੇ ਕਿੰਨੀ ਗਹਿਰੀ ਗੱਲ ਕੀਤੀ। ਕਹਿੰਦਾ ਐ ਸਤਿਗੁਰੂ ਨਾਨਕ ਜੀਓ, ਮੰਨਿਆ ਵੀ ਇੱਕ ਪਰਮਾਤਮਾ ਨੇ ਸਾਰੀ ਦੁਨੀਆ ਬਣਾਈ ਹੈ, ਇਹ ਤੇ ਸਾਰੇ ਮੰਨਦੇ ਆ। ਦੇਖੋ ਸਵਾਲ ਕਿੱਡਾ ਡੱਟ ਹੈ। ਜੇ ਪਰਮਾਤਮਾ ਨੇ ਸਾਰੀ ਦੁਨੀਆ ਬਣਾਈ ਹੈ, ਇੱਕ ਨੂੰ ਰਾਜਾ ਬਣਾਤਾ, ਇੱਕ ਨੂੰ ਬਣਾਤਾ ਭਿਖਾਰੀ, ਭੀਖ ਮੰਗੇ ਨੇ, ਦੱਸੋ ਰੱਬ ਦੇ ਕਿਹੜੇ ਮਾਂ ਮਾਰੇ ਆ? ਤੇ ਰਾਜੇ ਨੇ ਕਿਹੜੇ ਰੱਬ ਨੂੰ ਦਾਨ ਦਿੱਤੇ ਸੀ? ਜਾਂ ਉਹਦੇ ਨਾਲ ਕੋਈ ਖਾਸ ਸੰਬੰਧ ਸੀ? ਇਹ ਤੇ ਅੱਜ ਦਾ ਬੰਦਾ ਵੀ ਸੋਚਦਾ ਹੈ ਵੀ ਜੇ ਰੱਬ ਇੱਕ ਹੈ, ਜੇ ਪਰਮਾਤਮਾ ਸਾਰਿਆਂ ਦਾ ਸਾਂਝਾ ਹੈ, ਉਹ ਕਿਸੇ ਨੂੰ ਦੁਖੀ ਕਿਉਂ ਕਰ ਦਿੰਦਾ, ਕਿਸੇ ਨੂੰ ਵੱਡਾ ਕਿਉਂ ਬਣਾ ਦਿੰਦਾ? ਤੇ ਬੜੇ ਲੋਕ ਕਹਿੰਦੇ ਯਾਰ ਆ ਬੰਦਾ ਇਹਦੀ ਗਰੀਬੀ ਵੇਖ ਕੇ ਨਾ ਮੇਰਾ ਜੀ ਕਰਦਾ ਮੈਂ ਰੱਬ ਨੂੰ ਮਾੜਾ ਬੋਲਾਂ। ਨਾਸਤਿਕ ਲੋਕ ਕਰਦੇ ਗੱਲਾਂ ਵੀ ਇੰਨਾ ਗਰੀਬ ਕਿਉਂ ਬਣਾਇਆ, ਰੱਬਾ ਇਹਨੂੰ ਇੰਨਾ ਦੁਖੀ ਕਿਉਂ ਕੀਤਾ ਹੈ? ਅਸੀਂ ਰੱਬ ਨੂੰ ਕਸੂਰਵਾਰ। ਪਾਤਾ ਜੀ ਨੇ ਵੀ ਕੀਤੀ ਉਹੀ ਜ਼ਿਕਰ ਕੀਤਾ ਜੋ ਅਸੀਂ ਕਰਦੇ ਹਾਂ। ਵੇਖੋ ਇਹ ਸਵਾਲ ਸਾਡੇ ਦਿਲਾਂ ਦੇ ਆ। ਪਾਤਾ ਜੀ ਨੇ ਕੀਤੇ, ਗੁਰੂ ਸਾਹਿਬ ਉਪਦੇਸ਼ ਦੇ ਰਹੇ ਆ ਸਾਡੇ ਅੰਦਰ ਨੂੰ ਠੰਡਾ ਕਰਨ ਵਾਸਤੇ, ਸਾਨੂੰ ਸਮਝਾਉਣ ਵਾਸਤੇ। ਪਾਤਾ ਜੀ ਕਹਿੰਦੇ ਮਹਾਰਾਜ ਜਿਹੜੇ ਇੱਕ ਪਾਤਸ਼ਾਹ ਲੋਕ ਹੁੰਦੇ ਆ, ਉਹ ਨਾਮ ਨਹੀਂ ਜਪਦੇ, ਭਗਤੀ ਨਹੀਂ ਕਰਦੇ, ਨਾ ਕੋਈ ਬਹੁਤਾ ਰੱਬ ਦਾ ਖੌਫ ਰੱਖਦੇ। ਸਾਰੇ ਰਾਜੇ ਥੋੜਾ ਧਰਮੀ ਹੁੰਦੇ ਆ। ਹੁਣ ਕਲਯੁਗ ਦਾ ਕਿੱਡਾ ਬੋਲਬਾਲਾ, ਜਿਹੜਾ ਬੰਦਾ ਜਿੰਨੇ ਪਾਪ ਕਰਦਾ, ਜਿੰਨੇ ਮਾੜੇ ਕੰਮ ਕਰੀ ਜਾਂਦਾ, ਜ਼ਮਾਨਾ ਹੁੰਦਾ ਪਾਣੀ ਭਰੀ ਜਾਂਦਾ। ਤੇ ਆਪਾਂ ਕਹਿੰਦੇ ਆ ਜੀ ਨਾਮ ਜਪਣ ਵਾਲਿਆਂ ਦੀ ਇੱਜ਼ਤ ਹੁੰਦੀ, ਸਤਿਕਾਰ ਹੁੰਦਾ ਇੱਥੇ, ਤੇ ਜਿਹਨੇ ਜਿੰਨੇ ਬੰਦੇ ਮਾਰੇ ਜਿੱਡਾ ਵੱਡਾ ਅਪਰਾਧੀ ਆ, ਉੱਡਾ ਵੱਡਾ ਨੇਤਾ ਏ। ਆਮ ਬੰਦਾ ਕਿਸੇ ਦਾ ਕਤਲ ਕਰਦੇ 10-10 ਸਾਲ ਕੱਟਦਾ, 20-20 ਸਾਲ। ਤੇ ਜੇ ਇੱਕ ਰਾਜਨੀਤਿਕ ਕਤਲ ਕਰਦਾ ਉਹਦਾ ਤਾਂ ਕੋਈ ਪੁੱਛ ਪੱਤੀ ਨਹੀਂ, ਸਜ਼ਾ ਤੇ ਬੜੀ ਦੂਰ ਦੀ ਗੱਲ। ਉਹ ਜਿੰਨੇ ਲੋਕਾਂ ਨੂੰ ਮਾਰੇਗਾ, ਜਿੰਨੇ ਉਹ ਅਪਰਾਧ ਕਰੇਗਾ, ਓਡਾ ਲੋਕਪ੍ਰਿਯ ਨੇਤਾ ਹੋਏਗਾ। ਇਹ ਤੇ ਦੁਨੀਆ ਦੀ ਗੱਲ ਆ। ਕਿਤੇ ਨਾ ਕਿਤੇ ਬੰਦਾ ਸੋਚਦਾ ਹੈ ਵੀ ਇਸ ਬੰਦੇ ਨੂੰ ਰੱਬ ਨੇ ਰਾਜਾ ਬਣਾਇਆ, ਇਹਨੂੰ ਅਮੀਰ ਬਣਾਇਆ, ਤੇ ਅਸੀਂ ਫਿਰ ਕੀ ਕਹਿੰਦੇ ਆ, ਇਹਨੇ ਕੋਈ ਜੀ ਚੰਗੇ ਕਰਮ ਕੀਤੇ ਹੋਣੇ ਪਿਛਲੇ ਜਨਮ 'ਚ। ਤੇ ਆਹ ਜਿਹੜਾ ਗਰੀਬ ਤੁਰਿਆ ਫਿਰਦਾ ਹੈ, ਕਹਿੰਦੇ ਇਹਨੇ ਪਿਛਲੇ ਜਨਮ 'ਚ ਕੋਈ ਮਾੜਾ ਕੰਮ ਕਰਿਆ ਹੋਣਾ। ਖੜੀ ਸਾਡੀ ਬਿਰਤੀ ਇੱਥੇ ਆ। ਅਸੀਂ ਕੀ ਸੋਚਿਆ? ਰੱਬ ਵਾਲੇ ਪਾਸੇ ਧਿਆਨ ਨਹੀਂ ਕੀਤਾ। ਅਸੀਂ ਬੰਦੇ ਦੇ ਕਰਮਾਂ ਦੀ ਗੱਲ ਕਰਨੀ ਸ਼ੁਰੂ ਕਰਤੀ। ਨਾ ਮੈਂ ਕਿਸੇ ਦਾ ਪਿਛਲਾ ਜਨਮ ਵੇਖਿਆ, ਨਾ ਮੈਨੂੰ ਇਸ ਜਨਮ 'ਚ ਪਤਾ ਉਹ ਕੀ ਕਰਦਾ ਹੈ। ਮੈਨੂੰ ਤੇ ਨਹੀਂ ਪਤਾ ਮੈਂ ਕੌਣ ਹਾਂ, ਕੱਲ ਮੇਰੇ ਨਾਲ ਕੀ ਹੋਣਾ, ਹੁਣ ਮੇਰੇ ਨਾਲ ਕੀ ਹੋ ਜਾਣਾ ਅਗਲੇ ਸਾਹ 'ਚ। ਤੇ ਮੈਂ ਕਿਸੇ ਦੇ ਪਿਛਲੇ ਜਨਮਾਂ ਦੀ ਗੱਲ ਕਰਕੇ ਜਸਟੀਫਾਈ ਕਰ ਰਿਹਾ ਵੀ ਇਸ ਬੰਦੇ ਨੇ ਪਿਛਲੇ ਜਨਮ 'ਚ ਹੀਰੇ ਮੋਤੀ ਦਾਨ ਕੀਤੇ ਹੋਣੇ ਤਾਂ ਰਾਜਾ ਬਣ ਗਿਆ। ਆਹ ਬੰਦਾ ਜਿਹੜਾ ਵਿਚਾਰਾ ਭੀਖ ਮੰਗਦਾ ਫਿਰਦਾ ਨਾ, ਇਹਨੇ ਕੋਈ ਪਾਪ ਕੀਤਾ ਹੋਣਾ, ਕਿਸੇ ਦਾ ਬੁਰਾ ਕੀਤਾ ਹੋਣਾ। ਹੁਣ ਦੇਖੋ ਬੰਦੇ ਦਾ ਦਿਮਾਗ ਇਹ ਤੋਂ ਅੱਗੇ ਨਹੀਂ ਸੋਚ ਸਕਦਾ। ਹਰ ਧਰਮੀ ਬੰਦਾ ਵੀ ਇੱਥੇ ਖੜਾ ਹੈ। ਤੇ ਪਾਦਾ ਜੀ ਨੇ ਸਵਾਲ ਕੀਤਾ, ਮਹਾਰਾਜ ਪਾਤਸ਼ਾਹ ਲੋਕ ਤੇ ਪਾਪ ਬਹੁਤ ਕਰਦੇ ਆ, ਮਾੜੇ ਕਰਮ ਬੜੇ ਕਰਦੇ ਆ, ਰੱਬ ਤੋਂ ਡਰਦੇ ਵੀ ਨਹੀਂ, ਕਦੇ ਰੱਬ ਨੂੰ ਚੇਤੇ ਕਰਦੇ ਨਹੀਂ। ਬਿਲਸਤ ਜਗਤ ਬਿਲਾ ਵਿਸਾਲ ਬਿਲਸਾ, ਹਿਰਦੇ ਨ ਕਦੇ ਨਾਮ ਪਰਵਾਸਾ। ਪਾਪੀ ਲੋਕ ਕਦੇ ਨਾਮ ਨਹੀਂ ਜਪਦੇ। ਰਾਜੇ ਮਹਾਰਾਜੇ ਕੌਤਕ ਖੇਡਦੇ ਆ, ਭੋਗ ਵਿਲਾਸ ਕਰਦੇ ਆ, ਨਾਰੀਆਂ ਭੋਗਦੇ, ਮਾੜੇ ਮਾੜੇ ਕਰਮ ਕਰਦੇ। ਜਿਹੜੇ ਕਰਮ ਦੁਨੀਆ ਵਿੱਚ ਬੈਨ ਹੁੰਦੇ, ਇੱਕ ਅਯਾਸ਼ ਰਾਜਾ ਸਾਰੇ ਕਰਦਾ। ਕੀ ਮਾਫ ਹੈ? ਬੜੇ ਲੋਕਾਂ ਦੇ ਦਿਮਾਗ 'ਚ ਹੁੰਦਾ ਵੀ ਔਰੰਗਜ਼ੇਬ ਨੇ ਇੰਨਿਆਂ ਨੂੰ ਮਾਰਿਆ, ਕਹਿੰਦੇ ਜੀ ਉਹ ਭਗਤੀ ਕਰਦਾ ਹੇਮਕੁੰਟ ਸਾਹਿਬ। ਸੁਣਿਆ ਨਾ ਲੋਕਾਂ ਦੀਆਂ ਗੱਲਾਂ, ਬੜੇ ਲੋਕੀ ਗੱਲਾਂ ਕਰਨਗੇ। ਵੇਖੋ ਜੀ ਆਹ ਹੇਮਕੁੰਟ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਤਪ ਕੀਤਾ, ਇੱਥੇ ਔਰੰਗਜ਼ੇਬ ਨੇ ਵੀ ਕੀਤਾ। ਬੜੇ ਮਿਲਦੇ ਆ ਜਦੋਂ ਜਾਂਦੇ ਆ ਉੱਥੇ ਇਹੋ ਜਿਹੀਆਂ ਗੱਲਾਂ ਕਰਨ ਵੀ ਕਿੱਥੇ ਔਰੰਗਜ਼ੇਬ, ਕਿੱਥੇ ਪਰਮਾਤਮਾ। ਗੱਲਾਂ ਕਿਹੜੀਆਂ? ਬੜੇ ਬੜੇ ਇੱਥੇ ਪਾਪੀ ਆਏ ਆ ਜੀ, ਜਿਨ੍ਹਾਂ ਨੇ ਪਾਪ ਦੀ ਇਮਤਿਹਾਨ ਕੀਤੀ ਹੈ। ਸੂਬੇ ਸਰਹੱਦ ਤੋਂ ਵੱਡਾ ਪਾਪ ਕੌਣ ਕਰ ਸਕਦਾ ਹੈ? ਰੱਬ ਯਾਦ ਨਹੀਂ ਆਉਂਦਾ, ਪਰਮੇਸ਼ਰ ਚੇਤਾ ਨਹੀਂ ਹੈ। ਤੇ ਫਿਰ ਜਿਹੜਾ ਬੰਦਾ ਏਡੇ ਪਾਪ ਕਰਦਾ, ਉਹ ਇੰਨੇ ਰਾਜ ਭਾਗ ਤੇ ਬਹਿ ਕੇ ਸੁੱਖ ਕਿਵੇਂ ਭੋਗਦਾ ਹੈ? ਇਹ ਗੱਲ ਹਰ ਬੰਦੇ ਨੂੰ ਸਤਾਉਂਦੀ ਅੱਜ ਦੇ ਸਮੇਂ ਵੀ ਦੇਖੋ ਜੀ ਮੈਨੂੰ ਪਤਾ ਉਹ ਬੰਦਾ ਏਡੇ ਮਾੜੇ ਕੰਮ ਕਰਦਾ, ਉਹਨੇ ਕਿਸੇ ਦਾ ਭਲਾ ਹੀ ਨਹੀਂ ਕੀਤਾ, ਤੇ ਕੋਈ ਪੈਸਾ ਹੀ ਬਹੁਤ ਹੈ। ਆਹ ਗਰੀਬ ਬੰਦਾ ਵਿਚਾਰਾ, ਇਹ ਕਿਸੇ ਨੂੰ ਭੁੱਖਾ ਘਰੋਂ ਨਹੀਂ ਜਾਣ ਦਿੰਦਾ, ਇਹ ਹਰ ਇੱਕ ਦਾ ਸੋਚਦਾ ਹੈ, ਸਭ ਦੀ ਮਦਦ ਕਰਦਾ ਹੈ। ਉਹ ਇਹਦੀ ਤੇ ਰੋਟੀ ਮਸਾਂ ਸਰਦੀ ਬਣਦੀ ਹੈ। ਫਿਰ ਬੰਦਾ ਇੱਥੇ ਸੁਣ ਕੇ ਦੇਖ ਕੇ ਪਤਾ ਲੋਕਾਂ ਨੂੰ ਰੱਬ ਨੂੰ ਕੀ ਕਹਿੰਦਾ, ਕਹਿੰਦਾ ਯਾਰ ਰੱਬ ਇਨਸਾਫ ਨਹੀਂ ਕਰਦਾ, ਰੱਬ ਨੇ ਠੀਕ ਨਹੀਂ ਕਰਦਾ। ਦੁਨਿਆਵੀ ਬੰਦਾ ਇਹ ਬੋਲਦਾ।
ਤੇ ਪਾਦਾ ਜੀ ਵੀ ਕਦੇ ਇਹੀ ਗੱਲਾਂ ਕਰਦੇ ਹੁੰਦੇ ਸੀ। ਹੈ ਬੇਸ਼ੱਕ ਉਹ ਧਰਮੀ ਨੇ, ਕਹਿੰਦੇ ਮਹਾਰਾਜ ਰਾਜੇ ਮਹਾਰਾਜੇ ਮਾੜੇ ਕਰਮ ਵੀ ਕਰ ਲੈਂਦੇ ਨੇ, ਮਾਇਆ ਵਿੱਚ ਖੇਡਦੇ ਵੀ ਨੇ, ਸਾਰੀ ਜ਼ਿੰਦਗੀ ਨਾਮ ਨਹੀਂ ਜਪਦੇ, ਫਿਰ ਵੀ ਉਹ ਸੁੱਖ ਪਾਉਂਦੇ ਨੇ। ਨਿਸ ਬਾਸਰ ਐਸਨ ਮੇ ਐਸੀ ਉਤਪਲ ਮੇ ਅਨ ਮਿਲਵਤ ਜੈਸੇ। ਮਹਾਰਾਜ ਦਿਨ ਰਾਤ, ਦਿਨ ਹੋਵੇ ਰਾਤ ਹੋਵੇ, ਰਾਜੇ ਮਹਾਰਾਜੇ ਕੇਵਲ ਸੁੱਖ ਭੋਗਦੇ ਆ, ਸੁੱਖਾਂ ਵਾਸਤੇ ਭੱਜੇ ਫਿਰਦੇ, ਹਰ ਕੰਮ ਸੁੱਖ ਲਈ। ਤੇ ਨਾਮ ਉਹਨਾਂ ਜਪਿਆ ਕਦੇ ਨਹੀਂ। ਬਿਨਾਂ ਨਾਮ ਜਪੇ ਤੋਂ ਇੰਨੇ ਸੁਖੀ ਨੇ। ਇੱਕ ਗਰੀਬ ਨਾਮ ਵੀ ਜਪਦਾ ਹੈ, ਸੇਵਾ ਵੀ ਕਰਦਾ ਹੈ, ਧਰਮ ਵੀ ਕਮਾਉਂਦਾ ਹੈ, ਆਮ ਜਿਹਾ ਬੰਦਾ। ਕਹਿੰਦੇ ਜਦ ਮਰਜੀ ਜਾ ਕੇ ਵੇਖ ਲਾ, ਉਹ ਦੁੱਖਾਂ 'ਚ ਰੋਂਦਾ ਹੀ ਹੁੰਦਾ। ਖੁਰਸਦ ਨਾਮ। ਹੁਣ ਇਹ ਦੋ ਗੱਲਾਂ ਪੈਰਲਲ ਨੇ। ਇੱਕ ਰਾਜਾ ਮਹਾਰਾਜਾ ਪੈਸੇ ਵਾਲਾ ਬੰਦਾ, ਇੱਕ ਪਾਸੇ ਇੱਕ ਗਰੀਬ ਬੰਦਾ। ਕਹਿੰਦੇ ਦੁਨੀਆ ਨੂੰ ਲੱਗਦਾ ਵੀ ਇਹ ਸੁਖੀ ਹੈ, ਤੇ ਲੋਕਾਂ ਦੀ ਦੌੜ ਵੀ ਉਸੇ ਪਾਸੇ ਹੈ। ਮੈਂ ਰਾਜਾ ਬਣ ਜਾ, MP ਬਣ ਜਾ, MLA ਬਣ ਜਾ, ਮੈਨੂੰ ਲੋਕ ਜਾਣਦੇ ਹੋਣ। ਕੀ ਲੱਗਦਾ ਹੈ? ਲੱਗਦਾ ਇਹ ਹੈ ਵੀ ਇਹਨਾਂ ਕੋਲ ਸੁੱਖ ਬੜੇ ਆ, ਇਹਨਾਂ ਕੋਲ ਸਾਧਨ ਬੜੇ ਆ, ਫੈਸਿਲਿਟੀਜ਼ ਬੜੀਆਂ ਨੇ। ਗਰੀਬ ਬੰਦੇ ਵੱਲ ਕੋਈ ਦੇਖ ਕੇ ਸੋਚਦਾ ਵੀ ਮੈਂ ਵੀ ਗਰੀਬ ਹੋਣ ਦੀ ਕੋਸ਼ਿਸ਼ ਕਰਾਂ ਯਾਰ, ਅਗਲੇ ਸਾਲ ਤੱਕ ਮੈਂ ਗਰੀਬੀ ਦੀ ਰੇਖਾ ਤੋਂ ਥੱਲੇ ਹੋਣਾ। ਅੱਜ ਤੱਕ ਲੱਭਿਆ ਕੋਈ ਇਹੋ ਜਿਹਾ ਬੰਦਾ? ਨਾ ਲੱਭਿਆ, ਨਾ ਲੱਭਣਾ। ਕਿਉਂਕਿ ਦੁਨੀਆ ਦਾ ਤਕਾਜ਼ਾ ਸਿਰਫ ਦੁਨਿਆਵੀ ਦਿਸਣ ਵਾਲੀਆਂ ਚੀਜ਼ਾਂ ਵੱਲ ਹੁੰਦਾ ਹੈ, ਜੋ ਅੱਖਾਂ ਨੂੰ ਸੁੱਖ ਦੇ ਰਹੀਆਂ ਨੇ, ਜੋ ਮਹਿਸੂਸ ਹੁੰਦੀਆਂ ਨੇ। ਬੰਦਾ ਭੱਜਿਆ ਜਾਂਦਾ ਹੈ, ਮੇਰੇ ਕੋਲੇ ਗੱਡੀ ਹੋਵੇ, ਮੇਰੇ ਕੋਲ ਐਸਾ ਘਰ ਹੋਵੇ, ਮੇਰੇ ਕੋਲ ਐਸੇ ਲੋਕਾਂ ਦੀ ਭੀੜ ਹੋਵੇ ਜੋ ਅੱਗੇ ਪਿੱਛੇ ਰਹਿਣ। ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਜਦੋਂ ਸਵਾਲ ਕੀਤੇ, ਗੁਰੂ ਸਾਹਿਬ ਨੇ ਸਾਰੇ ਸਵਾਲ ਸੁਣੇ, ਬੜੀ ਰੀਝ ਨਾਲ ਸੁਣੇ। ਕਿਉਂਕਿ ਪਾਦਾ ਜੀ ਅੱਜ ਦਿਲ ਖੋਲ ਕੇ ਗੁਰਾਂ ਨਾਲ ਗੱਲਾਂ ਕਰਦੇ ਨੇ। ਅੰਤ ਸਮਾਨ ਹੈ ਸਿਮਰੇ ਸੋ ਜਿਉ ਅਗ ਲਖਤ ਨਾ ਲੋ ਲਪ ਕੋ। ਮਹਾਰਾਜ ਅੰਤ ਸਮੇਂ ਵੀ ਰਾਜੇ ਮਹਾਰਾਜੇ ਰੱਬ ਨੂੰ ਯਾਦ ਨਹੀਂ ਕਰਦੇ। ਮਾਇਆਧਾਰੀ ਬੰਦੇ ਨੂੰ ਰੱਬ ਨਾ ਜਿਉਂਦੇ ਯਾਦ ਹੁੰਦਾ, ਨਾ ਮਰਿਆ ਹੁੰਦਾ। ਨਾਸਤਿਕ ਲੋਕ ਜਿਹੜੇ ਕਹਿੰਦੇ ਸੀ ਰੱਬ ਨੂੰ ਨਹੀਂ ਮੰਨਦੇ, ਉਹ ਕਿੰਨਾ ਕੁ ਯਾਦ ਕਰਦੇ ਆ। ਪਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਵੀ ਰੱਬ ਨੂੰ ਚੇਤੇ ਕਰਦਾ ਹੈ, ਦੁੱਖਾਂ ਵਿੱਚ ਵੀ ਯਾਦ ਕਰਦਾ ਹੈ, ਮਰਨ ਵੇਲੇ ਵੀ ਚੇਤੇ ਕਰਦਾ ਹੈ। ਕਹਿੰਦੇ ਮਹਾਰਾਜ ਇਹ ਬੇਇਨਸਾਫੀ ਪਰਮਾਤਮਾ ਨੇ ਕਿਉਂ ਕੀਤੀ ਹੋਈ ਹੈ? ਮਤਲਬ ਰੱਬ ਅਮੀਰ ਲੋਕਾਂ ਦਾ ਹੈ, ਰੱਬ ਪੈਸੇ ਵਾਲਿਆਂ ਦਾ ਹੈ, ਗਰੀਬਾਂ ਦਾ ਨਹੀਂ ਹੈ। ਹੁਣ ਇਹ ਗੱਲਾਂ ਜਦੋਂ ਸੋਚਦੇ ਆ, ਕਿਤੇ ਨਾ ਕਿਤੇ ਲੱਗਦਾ ਅੱਜ ਵੀ ਲੋਕੀ ਕਹਿੰਦੇ ਆ, ਕਰਦੇ ਆ ਗੱਲਾਂ। ਕਹਿੰਦੇ ਜੀ ਵੇਖੋ ਹਰ ਗੁਰਦੁਆਰੇ 'ਚ VIP ਬੰਦੇ ਦਾ ਪਾਠ ਪਹਿਲੇ ਨੰਬਰ ਤੇ ਹੋ ਜੂ, ਗਰੀਬ ਨੂੰ ਨਹੀਂ ਪਹੁੰਚਦਾ। ਮਤਲਬ ਪੈਸੇ ਵਾਲੇ ਦੀ ਬੱਲੇ ਬੱਲੇ ਹੈ। ਹੁਣ ਇਹ ਦੱਸੋ ਇਹ 'ਚ ਰੱਬ ਦਾ ਕਸੂਰ ਕੀ ਹੈ? ਕਰਪਟ ਲੋਕਾਂ ਦਾ ਕਸੂਰ ਆ ਨਾ, ਜਿਨ੍ਹਾਂ ਰੱਬ ਦੇ ਘਰ ਨੂੰ ਵੀ VIP ਆਮ ਜਾਂ ਖਾਸ ਬਣਾਇਆ ਹੋਇਆ। ਇਹ 'ਚ ਰੱਬ ਦਾ ਕੀ ਕਸੂਰ? ਪਰਮਾਤਮਾ ਨੇ ਤੇ ਐਸਾ ਕੀਤਾ ਨਹੀਂ ਹੈ ਵੀ ਗਰੀਬ ਨੂੰ ਪਿੱਛੇ ਕਰ ਦਿਓ, ਅਮੀਰ ਨੂੰ VIP ਲਾਈਨ 'ਚ ਮੱਥਾ ਟਿਕਾ ਦਿਓ। ਭਾਈ ਕੀਤਾ ਉਹਨੇ ਕਦੇ ਨਹੀਂ ਕੀਤਾ। ਇਹ ਸਾਡੀਆਂ ਬਨਾਵਟਾਂ ਨੇ, ਅਸੀਂ ਆਪ ਕੀਤਾ ਹੋਇਆ, ਪਰ ਦੋਸ਼ ਰੱਬ ਨੂੰ। ਪਾਦਾ ਜੀ ਕਹਿੰਦੇ ਮਹਾਰਾਜ ਵੇਖੋ ਕਿੰਨੇ ਪਾਪ ਕੀਤੇ, ਮਾੜੇ ਕਰਮ ਕੀਤੇ। ਅਮੀਰ ਬੰਦਾ ਦਾਨਿਸ਼ਮੰਦ ਦੌਲਤਮੰਦ ਦੁਨੀਆ ਤੇ ਸੁਖੀ ਬੜਾ ਹੈ। ਉਹ ਤੇ ਜਦੋਂ ਮਰਦਾ ਨਾ ਲੋਕ ਉਹਨੂੰ ਵੀ ਚੰਦਨ ਦੀ ਚਿਖਾ 'ਚ ਫੂਕਦੇ ਆ, ਮਹਿੰਗੀ ਲੱਕੜ ਲਾ ਕੇ, ਮਹਿੰਗਾ ਘਿਓ ਪਾ ਕੇ। ਤੇ ਗਰੀਬ ਕਹਿੰਦੇ ਪਾਥੀਆਂ ਬਾਲਣ ਲਾ ਕੇ ਸਾੜ ਦਿੱਤਾ ਜਾਂਦਾ ਹੈ ਵੀ ਮਰ ਗਿਆ ਤੇ ਫੂਕਦੇ। ਇਹ ਗੱਲਾਂ ਮਹਾਰਾਜ ਅੰਦਰ ਚੈਨ ਨਹੀਂ ਆਉਂਦੀਆਂ ਵੀ ਰੱਬ ਦੇ ਘਰ ਐਸਾ ਕਿਉਂ ਹੈ ਵੀ ਅਮੀਰ ਬੰਦੇ ਵਾਸਤੇ ਰੱਬ ਦੇ ਪੈਰਾਮੀਟਰ ਹੋਰ ਨੇ ਤੇ ਗਰੀਬ ਵਾਸਤੇ ਹੋਰ ਹੈ। ਅਮੀਰ ਸਾਰੀ ਜ਼ਿੰਦਗੀ ਸੁਖੀ ਹੈ ਤੇ ਗਰੀਬ ਜਿਉਂਦਾ ਵੀ ਦੁਖੀ, ਮਰ ਕੇ ਵੀ ਦੁਖੀ ਹੈ। ਹੱਸ ਪਏ ਮਹਾਰਾਜ ਸੁਣ ਕੇ, ਕਿਉਂਕਿ ਪਾਦਾ ਦੀ ਦੁਨਿਆਵੀ ਪੱਧਰ ਤੇ ਬੜੀ ਸੋਹਣੀ ਗੱਲ ਕਰ ਰਹੇ, ਬੜੀ ਡੂੰਘੀ ਗੱਲ ਕਰਦੇ ਨੇ। ਦੋਹਰਾ ਜਿਨ ਦੀਨੋ ਤਨ ਮਨ ਤਨੰ ਇਸਤੀ ਅਸਿਆਨ ਜਾਨ। ਗੁਰੂ ਸਾਹਿਬ ਹੱਸ ਕੇ ਕਹਿੰਦੇ ਪਾਦਾ ਜੀ ਅਸਲ ਵਿੱਚ ਰੱਬ ਦੀ ਸੋਚ ਨੂੰ ਮਨੁੱਖ ਕਦੇ ਸਮਝ ਨਹੀਂ ਸਕਦਾ। ਜਿਸ ਪਰਮੇਸ਼ਰ ਨੇ ਤਨ ਮਨ ਧਨ ਦਿੱਤਾ ਨਾ, ਕਹਿੰਦੇ ਬੰਦੇ ਨੇ ਉਹਦੇ ਬਾਰੇ ਤੇ ਕਦੇ ਸੋਚਿਆ ਹੀ ਨਹੀਂ। ਆਖੋ ਸਤਿਨਾਮ। ਉਹ ਕੌਣ ਆ? ਜਿਸ ਦਾ ਤਨ ਮਨ ਧਨ ਸਭ ਤਿਸ ਦਾ, ਸੋਈ ਸੁਗੜ ਸੁਦਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦਨੀ ਕੀ ਖਟਾਨੀ। ਕਹਿੰਦੇ ਤਨ ਵੀ ਜੀਦਾ, ਮਨ ਵੀ ਜੀਦਾ, ਧਨ ਵੀ ਜਿਸ ਦਾ ਨਾ,
ਉਹਨੂੰ ਕਦੇ ਚੇਤਾ ਕੀਤਾ ਨਹੀਂ। ਕੋਈ ਤੁਹਾਨੂੰ ਆਖੇ ਨਾ, ਮੈਨੂੰ ਆਖੇ ਉਹ ਤੂੰ ਸੋਹਣਾ ਬੜਾ ਹੈ, ਕਦੇ ਸ਼ੁਕਰ ਕੀਤਾ ਮੈਨੂੰ ਉਹਨੇ ਸੋਹਣਾ ਬਣਾਇਆ ਨਹੀਂ। ਮੈਂ ਸੋਹਣਾ ਜੀ, ਮੈਂ ਜਿਮ ਲਾਉਣਾ, ਮੈਂ ਰਨਿੰਗ ਤੇ ਜਾਣਾ, ਮੈਂ ਆਪਣੇ ਆਪ ਨੂੰ ਫਿੱਟ ਰੱਖਦਾ। ਕਿਸੇ ਨੇ ਕਿਹਾ ਤੇਰੇ ਕੋਲ ਦੌਲਤ ਬੜੀ ਹੈ, ਪੈਸਾ ਬੜਾ ਤੇਰੇ ਕੋਲੇ, ਕਹਿੰਦਾ ਜੀ ਬਸ ਦਿਨ ਰਾਤ ਮਿਹਨਤ ਕੀਤੀ ਹੈ। ਜੇ ਕਿਸੇ ਨੇ ਕਿਹਾ ਉਹ ਤੇਰਾ ਮਨ ਬੜਾ ਵਧੀਆ ਹੈ, ਤੂੰ ਹਰ ਚੀਜ਼ 'ਚ ਚਿੱਤ ਲਾ ਲੈਂਦਾ ਹੈ, ਤੈਨੂੰ ਪਤਾ ਹੈ ਚੰਗਾ ਹੈ ਮਾੜਾ, ਕਹਿੰਦੇ ਜੀ ਮੈਂ ਫਿਰ ਸਮਝਦਾਰ ਬਣਾ। ਤਿੰਨ ਚੀਜ਼ਾਂ ਹੋ ਗਈਆਂ ਨਾ ਇਕੱਠੀਆਂ। ਇਹਦੇ ਵਿੱਚ ਦੱਸੋ ਰੱਬ ਕਿੱਥੇ? ਆਖੋ ਸਤਿਨਾਮ। ਮਰਦ ਕਹਿੰਦੇ ਜਿਹਨੇ ਤਨ ਦਿੱਤਾ, ਜਿਹਨੇ ਮਨ ਦਿੱਤਾ, ਜਿਹਨੇ ਧਨ ਤੈਨੂੰ ਬਖਸ਼ਿਸ਼ ਕੀਤਾ, ਉਹ ਤਿੰਨਾਂ ਤੋਂ ਹੀ ਦੂਰ ਹੈ। ਤੇਰੀ ਦੌਲਤ ਵਿੱਚ ਵੀ ਰੱਬ ਨਹੀਂ ਹੈ, ਤੇਰੇ ਤਨ ਵਿੱਚ ਵੀ ਪ੍ਰਮਾਤਮਾ ਨਹੀਂ, ਤੇਰੇ ਮਨ ਵਿੱਚ ਵੀ ਨਹੀਂ ਹੈ। ਇਹੀ ਕਾਰਨ ਹੈ ਬੰਦੇ ਨੂੰ ਲੱਗਦਾ ਹੈ ਵੀ ਦੁਨੀਆ ਦੇ ਪਦਾਰਥਵਾਦੀ ਲੋਕ ਸੁਖੀ ਨੇ ਤੇ ਗਰੀਬ ਤੇ ਆਮ ਲੋਕ ਦੁਖੀ ਨੇ। ਇਹ ਚੀਜ਼ਾਂ ਨੇ। ਮਰਦ ਕਹਿੰਦੇ ਭਾਈ ਦੇਣਹਾਰ ਪ੍ਰਭੂ ਨੂੰ ਛੱਡ ਦਿੰਦੇ। ਉੱਥੇ ਸੁਖਮਨੀ ਸਾਹਿਬ ਦੀ ਬਾਣੀ ਆਖਦੀ ਹੈ, ਦੇਣਹਾਰ ਪ੍ਰਭ ਛੋੜ ਕੇ ਲਾਗੇ ਨਾਨਕ ਕਹੂ ਨਾ ਸਿਜਈ ਬਿਨ ਨਾਵੇ ਪਤ ਜਾਏ। ਕਹਿੰਦੇ ਨਾਮ ਸੁਝਿਆ ਕਦੇ ਨਹੀਂ, ਨਾਮ ਤੋਂ ਬਿਨਾ ਪਤ ਇੱਜ਼ਤ ਚਲੀ ਜਾਏਗੀ। ਦੇਣਹਾਰ ਪਰਮਾਤਮਾ ਭੁੱਲ ਗਿਆ ਹੈ, ਭੁੱਲ ਗਿਆ। ਸਾਨੂੰ ਰੱਬ ਸਿਰਫ ਕਦੋਂ ਯਾਦ ਆਉਂਦਾ? ਧਾਰਮਿਕ ਥਾਵਾਂ ਤੇ ਜਾ ਕੇ, ਜਾਂ ਸਾਨੂੰ ਸਵੇਰ ਸ਼ਾਮ ਚੇਤੇ ਆਉਂਦਾ, ਸਵਾਸ ਵਾਸਤੇ ਯਾਦ ਨਹੀਂ ਹੈ। ਗੁਰੂ ਸਾਹਿਬ ਆਖਣ ਲੱਗੇ ਪਾਤਾ ਜੀ ਜਿਹਨੇ ਸਭ ਕੁਝ ਦਿੱਤਾ ਹੈ ਉਹ ਸਾਰੀਆਂ ਚੀਜ਼ਾਂ ਤੋਂ ਬਾਹਰ ਕਰ ਦਿੱਤਾ ਏ। ਦਾਦੁਰ ਕਰਦਮ ਮਦ ਮਿਲ ਕੀਮ ਨ ਕਮਲ ਪਛਾਣ। ਦੁਨੀਆ ਦੇ ਸੁੱਖਾਂ ਦੁੱਖਾਂ 'ਚ ਬੰਦਾ ਕਿਉਂ ਫਸਿਆ ਹੋਇਆ ਹੈ? ਕਿਉਂਕਿ ਇਹਦੀ ਹਾਲਤ ਡੱਡੂ ਵਰਗੀ ਹੈ। ਦਾਦਰ ਤੂੰ ਕਬਹਿ ਨਾ ਜਾਣ ਸਰੇ, ਭਗਤ ਸੇਵਾਲ ਨਿਰਮਲ ਜਲ ਅੰਮ੍ਰਿਤ ਨਾ ਲਖਸ਼ਰੇ। ਬਾਣੀ ਦਾ ਵਚਨ ਹੈ। ਦਾਦਰ ਨਾਮ ਹੈ ਡੱਡੂ ਦਾ। ਕਹਿੰਦੇ ਡੱਡੂ ਕਵਲ ਫੁੱਲ ਦੀਆਂ ਜੜਾਂ ਵਿੱਚ ਬੈਠਾ ਜਾਲੇ ਖਾਈ ਜਾਂਦਾ ਹੈ, ਹਰਿਆਲੀ ਨਹੀਂ ਹੁੰਦੀ, ਕਾਈ ਡੱਡੂ ਦੀ ਖੁਰਾਕ ਹੈ। ਕਹਿੰਦੇ ਡੱਡੂ ਨੇ ਕਦੇ ਨਹੀਂ ਵੇਖਿਆ ਕਵਲ ਦਾ ਫੁੱਲ ਲੱਗਿਆ ਜਿਹਦੇ ਵਿੱਚ ਖੁਸ਼ਬੂ ਵੀ ਹੈ, ਕਦੇ ਮੈਂ ਖੁਸ਼ਬੂ ਲੈ ਲਾਂ। ਕਹਿੰਦੇ ਨਹੀਂ, ਖੁਸ਼ਬੂ ਲੈਣ ਲਈ ਤੇ ਭੌਰੇ ਬੜੀ ਦੂਰੋਂ ਆਉਂਦੇ ਆ। ਡੱਡੂ ਤੇ ਜੜਾਂ 'ਚ ਬੈਠਾ ਬਸ ਖੁਸ਼ ਹੈ ਵੀ ਆਪਾਂ ਕਵਲ ਦੀ ਜੜ ਵਿੱਚ ਬੈਠੇ ਆ, ਇੱਥੇ ਕਾਈ ਉੱਲੀ ਫੰਗਸ ਲੱਗਣ ਨਹੀਂ ਦੇਣੀ, ਜਿੰਨੀ ਲੱਗੀ ਆਪਾਂ ਮਾਲਕ। ਸਮਝ ਆਈ ਜੀ ਬਾਣੀ? ਥੋੜਾ ਜਿਹਾ ਵਿਸ਼ਾ ਗਹਿਰਾ ਹੈ। ਗੁਰੂ ਸਾਹਿਬ ਕਹਿੰਦੇ ਧਨ ਦੌਲਤ ਸ਼ੌਹਰਤ ਤਿੰਨ ਚਾਰ ਚੀਜ਼ਾਂ। ਤਨ ਵੀ ਹੈ, ਮਨ ਵੀ ਹੈ, ਧਨ ਵੀ ਹੈ। ਜਿਵੇਂ ਡੱਡੂ ਕਹਿੰਦੇ ਜਾਲੇ ਵਿੱਚ ਉਲਝਿਆ ਹੋਇਆ ਨਾ, ਉਹਨੂੰ ਕਮਲ ਕੀ ਸਾਰ ਨਹੀਂ ਮੂਲ ਪਾਈ, ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ। ਕਹਿੰਦੇ ਇਸੇ ਤਰ੍ਹਾਂ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਉਹਦੀ ਚੇਤਨ ਸਤਾ ਤੇ ਆਤਮਾ ਨੂੰ ਮਨੁੱਖ ਨਹੀਂ ਜਾਣਦਾ। ਇਹ ਜਾਲਿਆਂ ਦੇ ਵਾਂਗ ਇਹਨਾਂ ਪਦਾਰਥਾਂ 'ਚ ਫਸਿਆ ਹੋਇਆ ਮੈਂ ਅਮੀਰ ਹੋ ਜਾਵਾਂ, ਮੇਰੇ ਕੋਲ ਪਦਾਰਥ ਜ਼ਿਆਦੇ ਆ ਜਾਣ, ਜੇ ਉਹ ਮੰਤਰੀ ਬਣ ਗਿਆ ਮੈਂ ਵੀ ਬਣ ਜਾ, ਸ਼ਾਇਦ ਸੁੱਖ ਦੀ ਨੀਂਦ ਆ ਜੂ। ਕਹਿੰਦੇ ਡੱਡੂ ਜਾਲੇ ਖਾ ਖਾ ਮੋਟਾ ਤੇ ਹੋ ਗਿਆ, ਪਰ ਉਹਨੇ ਕਮਲ ਦੇ ਫੁੱਲ ਨੂੰ ਕਦੇ ਨਹੀਂ ਜਾਣਿਆ। ਮਨੁੱਖ ਨੇ ਪਰਮੇਸ਼ਰ ਨੂੰ ਜਾਣਿਆ ਹੀ ਕਦੇ ਨਹੀਂ, ਜਿਹਨੇ ਸਭ ਕੁਝ ਦਿੱਤਾ ਹੈ। ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਤੇ ਆਕੜਦਾ ਫਿਰਦਾ ਹੈ, ਦੇਣ ਵਾਲਾ ਭੁੱਲ ਗਿਆ। ਕਿਉਂਕਿ ਜੋ ਕੁਝ ਪਦਾਰਥ ਕੋਲੇ ਨੇ, ਇਹਨਾਂ ਪਦਾਰਥਾਂ ਦੇ ਵਿੱਚ ਮਾਇਆ ਵਰਤੀ, ਇਸ ਮਾਇਆ ਨੇ ਉਹ ਪ੍ਰਭੂ ਪਰਮਾਤਮਾ ਭੁਲਾ ਦਿੱਤਾ ਹੈ। ਜਿਹਦੇ ਪਰਥਾਏ ਫਿਰ ਸਤਿਗੁਰਾਂ ਨੇ ਰਮਜ ਮਾਰ ਕੇ ਸਮਝਾਇਆ, ਦਾਤ ਪਿਆਰੀ ਵਿਸਰਿਆ ਦਾਤਾਰਾ। ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੇ ਪਿਆਰੀਆਂ ਹੋ ਗਈਆਂ। ਪੁੱਤ ਘਰੇ ਜੰਮਿਆ, ਬੜਾ ਸ਼ੁਕਰ ਹੈ ਰੱਬਾ, ਧੰਨਵਾਦ ਤੇਰਾ ਪੁੱਤਰ ਦਿੱਤਾ, ਹੁਣ ਰੱਬ ਭੁੱਲ ਗਿਆ, ਹੁਣ ਪੁੱਤਰ ਯਾਦ ਹੈ। ਉਹਨੇ ਧਨ ਦੌਲਤ ਕੋਠੀ ਸ਼ੌਹਰਤ ਦੇਤੀ, ਜਿੱਦਣ ਦਿੱਤਾ ਉਦੋਂ ਸ਼ੁਕਰਾਨਾ ਜਾ ਕਰਕੇ ਗਲੋਂ ਗਲਾਵਾਂ ਜਾਂ ਲਾਤਾ, ਵੀ ਲੋਕ ਇਹ ਨਾ ਕਹਿਣ ਵੀ ਬੰਦੇ ਨੇ ਘਰੇ ਪਾਠ ਨਹੀਂ ਕਰਾਇਆ, ਐਡੀ ਕੋਠੀ ਬਣਾਈ ਹੈ, ਚੱਲ ਕਰਾ ਲਈਏ, ਲੋਕਾਂ ਦੇ ਲਾਂਭੇ ਲਾ ਲਈਏ, ਬੁਲਾ ਕੇ ਸਾਰੇ ਗੇੜਾ ਮਾਰ ਜਾਣਗੇ। ਪਰ ਅੰਦਰੋਂ ਕਦੇ ਸ਼ੁਕਰਾਨਾ ਨਹੀਂ ਕੀਤਾ। ਮਰਦ ਕਹਿੰਦੇ ਤੂੰ ਰੱਬ ਨੂੰ ਯਾਦ ਹੀ ਕਦੇ ਨਹੀਂ ਕੀਤਾ, ਉਹਦੀਆਂ ਦਾਤਾਂ ਵਿੱਚ ਇੰਨਾ ਉਲਝ ਗਿਆ, ਤੈਨੂੰ ਦਾਤਾਂ 'ਚ ਦਿਸਦਾ ਉਹ ਸੁਖੀ ਹੈ, ਉਹ ਦੁਖੀ। ਰਾਜੇ ਮਹਾਰਾਜੇ ਸੁਖੀ ਨੇ ਤੇ ਗਰੀਬ ਦੁਖੀ ਹੈ। ਗੁਰੂ ਸਾਹਿਬ ਕਹਿੰਦੇ ਐਸਾ ਨਹੀਂ ਹੈ। ਇਹ ਸਮਝ ਹੈ ਆਪਣੀ, ਕਿਉਂਕਿ ਸਮਝਿਆ ਹੀ ਨਹੀਂ। ਹੁਣ ਡੱਡੂ ਨੂੰ ਜਾ ਕੇ ਪੁੱਛੋ ਵੀ ਤੈਨੂੰ ਕਮਲ ਦੇ ਫੁੱਲ ਦਾ ਪਤਾ, ਉਹ ਕਹਿੰਦਾ ਮੈਂ ਉਦੋਂ ਕੀ ਲੈਣਾ, ਮੇਰਾ ਦਾਣਾ ਪਾਣੀ ਇੱਥੇ ਆ, ਮੇਰਾ ਸਰੀ ਜਾਂਦਾ ਹੈ, ਮੈਂ ਨਾਲੇ ਸਰੋਵਰ ਤੋਂ ਕੀ ਲੈਣਾ, ਜਿੱਡਾ ਮਰਜ਼ੀ ਵੱਡਾ ਹੋਵੇ, ਛੱਪੜ ਕਿੱਡਾ ਹੈ, ਮੈਂ ਕੀ ਲੈਣਾ। ਮੈਨੂੰ ਪਤਾ ਵੀ ਇਸ ਕਮਲ ਦੀਆਂ ਜੜਾਂ ਦੇ ਵਿੱਚ ਉੱਲੀ ਜ਼ਿਆਦਾ ਲੱਗਦੀ ਹੈ,
फंगस काई ज्यादा जमदी है, मेरी खुराक इत्थे, मैं खुश हाँ, ते वैर विरोध है। गुरु साहब कहते पादा जी आ दुनिया दी माया, जग दे पदार्थ, तन अते धन ते मन, ये तिन्ने चीजां उस काई वर्गियां ने, ते ये मनुख डड्डू बन के ना हमेशा खोण की तैयारी च रहिंदा है, खिच्चण की तैयारी च रहिंदा है। रब नूं ते सिर्फ वरतदा है भी वो दातां देण वाला, उहनूं मन्नी जाइए होड़ दे देगा, इहने जाणिया नहीं है परमात्मा। जे जाणिया हुंदा ये मस्त बेपरवाह हुंदा। चौपाई बिसरे बैस बिहावे सब ही, नाम न चित में चित बहु कब ही। इस माया दे प्रभाव करके सतगुर कहंदे इस बंदे ने कदे रब चित चेते नहीं रखिया, कदे प्रभु नूं याद ही नहीं कीता। करदा कदों आ माड़ा मोटा जे याद करदा जो तन ते कोई दुख दख जावे, जां बुढ़ापा आवे, जां घरों कोई परेशानी आवे ना, फिर हरेक बंदा रब वाले पासे भज्जिया हुंदा भी चल यार अमृत छक लीए, हुण गुरु वाले बन लीए, बड़ा कोई खा पी लिया। सुणदे हो ना लोकां तों, यही है वो किहड़ा है जो अंदर दी प्रीत, अंदर दी खिच करके आया कि आखे सच्चे पातशाह बड़ियां ठोकरां दुनिया दियां खाधियां, हुण तेरे दर ते आन डिग्गा, हुण दर दर ते ना सुटी, हुण मैं तेरे जुगा। विरले मिलणगे, गिणती दे मिलणगे। गुरु साहब बड़ा सोहना उपदेश दे रहे ने, कहते जग दे पदार्थां दे विच कदे भी सुख नहीं है। फुल्लां दे विच खुशबू है, किन्नी देर दी है, 2 पल दी है, मुड़ के उन्होंने मुरझा जाना है। आ जवानी है, पदार्थ ने, ये उदों तक ही चंगे लगते आ जदों तक साडा शरीर रिस्ट पुष्ट है। अरबां खरबां रुपए इकट्ठे कर लीए, कमा लईए, जिद्दण 60 साल तो बाद उम्र होगी ना, मन च ख्याल आने शुरू हो जाते, इन्ना कुछ इकट्ठा भी किया, पता नहीं नाल जाना ही नहीं कुछ। पर इत्थे काम उल्टा है। साडे समाज विच जवानी वेले बंदा बेपरवाह, जिद्दरों 60 साल तो बाद हो जाए ना जी, मैं कहना तमा लग जाती भी दुनिया मैं ही लुट ला, लालची हुंदा जाएगा। जो जो पुत पोते पड़पोते अगे अगे जाणगे, मौत नेड़े आऊगी ना, बंदा माया च इन्ना ग्रस्त हो जू, इन्ना ग्रस्त हो जू, रब ही भुल जाता है। जद कि गुरु साहब कहते जो बुढ़ापे वाले पासे आके तेनू रब याद होना चाहिए, तेनू तो पहला भी याद होना चाहिए सी, पर कहते माया का परछावा ऐसा पिया, जग के सुखों पिछे भजिया होता है। आप सारे भजते हैं जी, अपने चो बाहर कौन है? हर बंदा सुख नहीं दौड़ता है, हर बंदा। ते बाणी ने स्पष्ट भी किया कि सुख मैं आन बहुत बिल बैठत रहत जहूं दिस घेरे, बिपत भरी सब ही संग छाड़त को ना आवत नेरे। कहते विपता च तैनूं सारे छड़ जाणगे, सुखां विच तेरे सारे यार होणगे, पर तेरा अपना कोई नहीं। इत्थे भी महाराज ने चपेड़ मार के समझाता, पर सानू फिर भी समझ ना आई। गुरु साहब ने जदों पादे नूं बचन आखे ना, कहते सुख किहड़े आ, रब नूं विसार के दसो किहड़ा सुख है कोई सुख? बाणी ने ते स्पष्ट आखिया है, डिठा सब संसार सुख ना नाम बिन। कहते सारा संसार वेख लिया, नाम तो बिना तो सुख ही किते ने। ते सानू लगदा भी दुनिया के पदार्थां च सुख बड़े आ, क्योंकि साडी बुद्ध साडी अकल दा दायरा इत्थे तक ही सीमित है। देण वाला विसर गया, ओ चेते आउंदा नहीं। सुख सो विसव बसै बस सीती, हृदय कदाचित शुद्ध न अगीती। महाराज कहते दुनिया के सुखां वास्ते हर प्राणी भज्जिया फिरदा है, पर सुखां दी बिरती वास्ते मन हमेशा काला रहिंदा है, शुद्ध नहीं हरदा हुंदा। सुभाविक जी गल है जी, बंदा छोटी मोटी नौकरी ते लगा, वड्डी ते लगनी चाहुंदा है, हथ पल्ले मारदा, जे सर्टिफिकेट नहीं भी हैगा ना, कहंदा यार 50-60 हज़ार लवा मेरा बना दे, इत्थे काम बनदा जी। जे सिफारिश लगदी लग जावे, इत्थे सरकारी नौकरी मिलदी, मैं 10 लाख दे दूं, करदा क्यों दे रहा उन्होंने पता है। अज 10 लाख ला के पुलिस में जाऊं, मैं 50 लाख इकट्ठा करके पूरे कर। अज 50 लाख ला के मैं बड़े हॉस्पिटल में डॉक्टर लगदा, तो 50-60 के ऑपरेशन गलत करके मैं उत्थे 50-60 होर इकट्ठा कर लिया, गलत है ना, हिरदा शुद्ध नहीं ना। महाराज कहते दुनिया के सुखों में हिरदा शुद्ध नहीं हुंदा, जग के पदार्थ इनू हर वेले मैला करके रखते हैं। सुभाविक गल है, एक दिन सोहणे जे कपड़े पा लो, वधिया ला लो परफ्यूम, 4 पा लो गहने,
ਤੇ 4 ਲੋਕਾਂ ਨਾਲ ਨਿਕਲ ਜਾਓ ਬਾਹਰ। ਜਿੱਦਣ ਤੁਹਾਨੂੰ ਕਿਸੇ ਨੇ ਕਹਿਤਾ ਅੱਜ ਬੜਾ ਸੋਹਣਾ ਲੱਗਦਾ ਹੈ, ਭੈੜੇ ਭਰਾ ਇਹ ਸੂਟ ਕਿੱਥੋਂ ਲਿਆਂਦਾ ਹੈ, ਵੀਰਾ ਪੈਂਟ ਕਿੱਥੋਂ ਲੈ ਕੇ ਆਏ ਹੈ, ਸੱਚੀ ਮੱਤ ਉਹਦੀ ਕਾਲੀ ਹੋ ਜਾਣੀ ਵੀ ਇਹਦੇ ਕੋਲੇ ਹੋ ਜੇ ਹੈ ਨਹੀਂ, ਮੈਂ ਬਹੁਤ ਮਹਿੰਗੇ ਪਾਏ ਹੋਏ ਆ। ਇਹ ਵੀ ਮੰਨ ਗਿਆ ਵੀ ਮੇਰੀ ਚੁਆਇਸ ਵਧੀਆ। ਇਹ ਹੁਣ ਸੁੱਖ ਪਿੱਛੇ ਕੀ ਹੈ? ਕਾਲਖ, ਮੈਲ। ਇਸ ਮੈਲ ਪਿੱਛੇ ਸ਼ਾਂਤੀ ਨਹੀਂ ਹੈ। ਮਰਦ ਕਹਿੰਦੀ ਆਨੰਦ ਨਹੀਂ ਹੈ। ਦੁਨੀਆ ਦੇ ਪਦਾਰਥਾਂ ਦੇ ਵਿੱਚ ਦੁੱਖ ਹੀ ਦੁੱਖ ਨੇ, ਭਾਵੇਂ ਬੰਦਾ ਸੁੱਖਾਂ ਵਾਲੇ ਪਾਸੇ ਦੌੜਿਆ ਫਿਰਦਾ ਹੈ। ਉਹ ਕਿਹੜਾ ਦੁਨੀਆ ਦਾ ਸੁੱਖ ਹੈ ਜੀ ਜਿਹੜਾ ਸਦਾ ਟਿਕ ਕੇ ਰਹਿੰਦਾ ਹੈ, ਜਿਸ ਸੁੱਖ ਵਿੱਚ ਖੁਸ਼ੀ ਹੋਵੇ? ਕੁਛ ਵੀ ਨਹੀਂ ਹੈ। ਬੜੇ ਲੋਕੀ ਕਹਿੰਦੇ ਸੀ ਪੁੱਤ ਜੰਮੇ ਘਰੇ ਖੁਸ਼ ਹੋ ਜਾਾਂਗੇ। ਅੱਜ ਜਿਨ੍ਹਾਂ ਦੇ ਘਰੇ ਪੁੱਤ ਨੇ ਉਹ ਕਹਿੰਦੇ ਰੱਬਾ ਜੇ ਪੁੱਤ ਦੀ ਥਾਂ ਧੀ ਦੇ ਦਿੰਦਾ, ਬੇਸ਼ੱਕ ਨਾ ਹੀ ਦਿੰਦਾ ਤੇ ਚੰਗਾ ਸੀ। ਪੁੱਛੋ ਵੀ ਤੁਸੀਂ ਸੁਖੀ ਨਹੀਂ ਹੈਗੇ? ਜਿਨ੍ਹਾਂ ਕੋਲ ਹੈ ਨਹੀਂ ਉਹ ਤੇ ਰੋਂਦੇ ਫਿਰਦੇ ਆ, ਤੁਹਾਡੇ ਕੋਲ ਹੈ ਤੁਸੀਂ ਕਿਉਂ ਰੋਂਦੇ? ਕਹਿੰਦੇ ਕੀ ਕਰਨਾ ਇਹੋ ਜਿਹੇ ਧੀਆਂ ਪੁੱਤਾਂ ਨੂੰ ਜਿਹੜੇ ਮਾਂ-ਬਾਪ ਦੀ ਇੱਜ਼ਤ ਹੀ ਨਹੀਂ ਕਰਦੇ। ਮਿਲਿਆ ਤੇ ਸੁੱਖ ਸੀ, ਦੁਖੀ ਕਿਉਂ ਹੈ? ਕਿਉਂਕਿ ਜੱਗ ਦੇ ਜਿੰਨੇ ਸੁੱਖ ਨੇ ਦੁੱਖਦਾਈ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਾਦਾ ਜੀ ਇਹਨਾਂ ਸੁੱਖਾਂ ਵਿੱਚ ਕਦੇ ਅੰਦਰ ਦਾ ਟਿਕਾ ਨਹੀਂ ਹੈ, ਕਦੇ ਟਿਕਾ ਨਹੀਂ ਹੈ। ਤੁਸੀਂ ਨਾਮ ਜਪਣ ਬਹਿ ਜਾਓ, ਜਿਸ ਬੰਦੇ ਕੋਲ 20 ਤੋਂ 30 40 50 ਹਜ਼ਾਰ ਮਹੀਨੇ ਦੀ ਇਨਕਮ ਆ ਨਾ, ਕਿਤੇ ਉਹਨੂੰ 500 ਹਜ਼ਾਰ ਦਾ ਵੀ ਘਾਟਾ ਪੈਂਦਾ, ਉਹ ਬੰਦਗੀ ਵੀ ਨਹੀਂ ਕਰ ਸਕਦਾ। 1 ਘੰਟਾ ਬਹਿ ਤੇ ਜਾਊਗਾ, ਬਸ ਥੋੜਾ ਜਿਹਾ ਆਨੰਦ ਆਇਆ ਟੈਂਪਰੇਰੀ, ਠੀਕ ਹੋ ਹੀ ਸੁਖੀ ਨਹੀਂ ਹੋ ਸਕਦਾ। ਕਿਉਂਕਿ ਇੱਛਾ ਉਸ ਪਾਸੇ ਹੈ, ਦੌਲਤ ਵਾਲੇ ਪਾਸੇ ਧਿਆਨ ਨੇ, ਪਦਾਰਥਾਂ ਦੀ ਹਰ ਵੇਲੇ ਹਰ ਨੂੰ ਮੱਛੀ ਲੱਗੀ ਰਹਿੰਦੀ ਹੈ, ਇੱਥੋਂ ਮਿਲ ਜੇ ਉੱਥੋਂ ਮਿਲ ਜੇ। ਬਾਣੀ ਨੇ ਬੜਾ ਕੁਝ ਖੋਲਿਆ ਇਹਦੇ ਪਰਥਾਏ, ਇਸ ਸ਼ਬਦ ਦੇ ਪਰਥਾਏ। ਸਤਿਗੁਰ ਕਹਿੰਦੇ ਇਹਨਾਂ ਸੁੱਖਾਂ ਦੇ ਵਿੱਚ ਲੱਗਦੇ ਤੇ ਸੁੱਖ ਨੇ, ਪਰ ਇਹ ਦੁੱਖਾਂ ਦੀ ਖਾਨ ਨੇ। ਕਿਹੜਾ ਰਾਜਾ ਦੁਨੀਆ ਦਾ ਸੁਖੀ ਹੈ? ਕਿਹੜਾ ਸੁਖੀ ਹੈ? ਬਾਣੀ ਨੇ ਸਪਸ਼ਟ ਲਿਖਿਆ ਹੈ, ਵੱਡੇ ਵੱਡੇ ਜੋ ਦੀਸਹਿ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਜਿਹਨੂੰ ਅਸੀਂ ਵੱਡਾ ਮੰਨਦੇ ਆ, ਗੁਰੂ ਸਾਹਿਬ ਕਹਿੰਦੇ ਉਹ ਵੱਡਾ ਨਹੀਂ, ਉਹ ਰੋਂਦਾ ਹੈ ਕਰਮਾਂ ਨੂੰ। ਰੋਗ ਚਿੰਤਾ ਦਾ ਲੱਗਿਆ, ਚਿੰਤਾ ਦਾ ਰੋਗ ਸਰੀਰ ਨੂੰ ਚਿਤਾ ਤੇ ਪਾ ਦਿੰਦਾ ਹੈ। ਤੇ ਨਾਮ ਜਪਣ ਵਾਲੇ ਰੋਗੀ ਨੇ ਜੀ। ਉਹ ਤਨ ਤੇ ਦੁੱਖ ਵੀ ਆਇਆ ਹੋਵੇ ਕਹਿੰਦੇ ਫੇਰ ਕੀ ਹੈ, ਕੋਈ ਪਰਵਾਹ ਨਹੀਂ, ਕੋਈ ਦਵਾਈ ਕੋਈ ਨਹੀਂ ਚਾਹੀਦੀ, ਸਾਡਾ ਰੱਬ ਡਾਢਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਸੁਣ ਪਾਦਾ ਜੀ ਨੇਤਰ ਨਮ ਕਰ ਆਏ। ਇਹ ਤੇ ਸੋਚਿਓ ਕਦੇ ਨਹੀਂ ਸੀ। ਅਸੀਂ ਤੇ ਸੁੱਖਾਂ ਨੂੰ ਸਦੀਵੀ ਸੁੱਖ ਮੰਨਦੇ ਸੀ। ਇਹ ਸਥਾਨ ਕੈਸੇ ਸੁਖ ਪਾਮਹਿ, ਕੋਵਿਦ ਹੋਤ ਅਗਰੀ ਜਮਹਿ। ਮਰਦ ਕਹਿੰਦੇ ਭਾਈ ਇਹਨਾਂ ਸੁੱਖਾਂ 'ਚ ਕੋਈ ਸੁੱਖ ਨਹੀਂ ਹੈ। ਸ਼ਬਦ ਸੁੱਖ ਜ਼ਰੂਰ ਹੈ ਪਰ ਦੁੱਖਦਾਈ ਹੈ। ਹਰ ਹਾਸੇ ਪਿੱਛੇ ਰੋਣਾ ਹੈ, ਹਰ ਸੁੱਖ ਪਿੱਛੇ ਦੁੱਖ ਹੈ, ਹਰ ਦਿਨ ਪਿੱਛੇ ਰਾਤ ਹੈ, ਹਰ ਠੰਡ ਪਿੱਛੇ ਗਰਮੀ ਹੈ, ਹਰ ਧੁੱਪ ਪਿੱਛੇ ਛਾਂ ਹੈ। ਕਿਉਂ ਭੁੱਲ ਜਾਂਦਾ ਬੰਦਾ? ਗੁਰੂ ਸਾਹਿਬ ਨੇ ਜਦੋਂ ਇਹ ਬਚਨ ਕਹਿ ਦਿੱਤੇ ਨਾ, ਫਿਰ ਪਾਦਾ ਜੀ ਕਹਿੰਦੇ ਮਰਦ ਫਿਰ ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਸੁਖੀ ਹੋਇਆ ਜਾਵੇ? ਮੈਂ ਵੇਖਿਆ ਸਾਰੀ ਦੁਨੀਆ ਦੁੱਖਾਂ ਦਾ ਕਾਰਨ ਹੈ। ਸੱਚੀ ਦੁਨੀਆ 'ਚ ਦੁੱਖਾਂ ਤੋਂ ਸਿਵਾ ਹੈ ਕੁਛ? ਦੋਸਤ ਬਣਾ ਲਓ, ਮਿੱਤਰ ਬਣਾ ਲਓ, ਜਿਹਦਾ ਵਿਆਹ ਨਹੀਂ ਹੋਇਆ ਦੁਖੀ ਉਹ ਵੀ ਹੈ, ਜਿਹਦਾ ਹੋ ਗਿਆ ਉਹ ਕਹਿੰਦਾ ਯਾਰ ਫਸ ਗਏ, ਅਸੀਂ ਆਪ ਪਰੇਸ਼ਾਨ। ਜੇ ਕੋਈ ਮੰਜੇ ਤੇ ਪਿਆ ਰੋਂਦਾ ਉਹ ਵੀ ਫਿਰਦਾ ਏ, ਕੋਈ ਚੰਗਾ ਭਲਾ ਤੁਰਿਆ ਫਿਰਦਾ ਕਹਿੰਦਾ ਯਾਰ ਮੰਜੇ ਤੇ ਬਹਿ ਜਾਈਏ ਚੰਗਾ ਹੀ ਹੈ। ਮੈਂ ਬੜੇ ਸੁਣੇ ਕਹਿੰਦੇ ਕੋਈ ਇੱਜ਼ਤ ਨਹੀਂ ਦੁਨੀਆ। ਨੌਕਰੀ ਕਰਨ ਵਾਲੇ ਨੂੰ ਪੁੱਛ ਲਓ ਕਹਿੰਦਾ ਸਿਰ ਦਰਦੀ ਹੈ, ਬੌਸ ਦੀਆਂ ਝੜਕਾਂ ਸਹਿਣੀਆਂ ਪੈਂਦੀਆਂ। ਬੇਰੁਜ਼ਗਾਰ ਨੂੰ ਪੁੱਛੋ ਕਹਿੰਦਾ ਹਾਏ ਕੰਮ ਨਹੀਂ ਮਿਲਿਆ। ਕੋਠੀ ਵਾਲੇ ਨੂੰ ਪੁੱਛੋ ਕਹਿੰਦਾ ਫਲੈਟ ਲੈਣਾ। ਫਲੈਟ ਵਾਲੇ ਨੂੰ ਪੁੱਛੋ ਕਹਿੰਦਾ ਨਾਰਮਲ 2 ਕਮਰਿਆਂ ਦਾ ਘਰ ਹੋਣਾ ਚਾਹੀਦਾ, ਤੇ 2 ਕਮਰੇ ਵਾਲੇ ਨੂੰ ਪੁੱਛੋ ਕਹਿੰਦਾ ਜੇ 5-7 ਏਕੜ ਜ਼ਮੀਨ ਹੋ ਜੇ ਹੈਡ ਕਾਗਜ਼ ਦੇ। ਬਾਣੀ ਕਹਿੰਦੀ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਕਿਸੇ ਬਿਰਲੇ ਦੀ ਬੁੱਝਦੀ ਤ੍ਰਿਸ਼ਨਾ ਬਾਰ ਪਦਾਰਥਾਂ 'ਚ। ਬੁਢਾਪੇ ਵਾਲੇ ਪਾਸੇ ਆ ਕੇ ਤ੍ਰਿਸ਼ਨਾ ਲੱਗ ਜਾਂਦੀ, ਮੈਂ ਜਵਾਨ ਹੋ ਜਾ, ਲੋਕਾਂ 'ਚ ਸੋਹਣਾ ਲੱਗਾ, ਲੋਕੀ ਮੈਨੂੰ ਚੰਗਾ ਕਹਿਣ। ਜਵਾਨੀ ਵਿੱਚ ਇਹ ਬੱਚਾ ਬਣਦਾ ਫਿਰਦਾ ਹੈ, ਬੁਢਾਪੇ 'ਚ ਜਵਾਨ ਹੁੰਦਾ ਫਿਰਦਾ ਹੈ, ਮੌਤ ਨੂੰ ਛਪਾ ਕੇ ਆਪਣੇ ਆਪ ਨੂੰ ਚੰਗਾ ਬਣ ਕੇ ਵਿਖਾਉਂਦਾ ਹੈ। ਗੁਰੂ ਸਾਹਿਬ ਕਹਿੰਦੇ ਪਾਦਾ ਜੀ ਇਹਨਾਂ ਸੁੱਖਾਂ ਦੇ ਵਿੱਚ ਦੱਸੋ ਕਿਤੇ ਸੁੱਖ ਹੈ? ਕਿਤੇ ਵੀ ਸੁੱਖ ਨਹੀਂ ਹੈ, ਕਿਤੇ ਵੀ ਸੁੱਖ ਨਹੀਂ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਕਹਿੰਦੇ ਜਿਹੜਾ ਸੁਖ ਰੱਬ ਪਿਆਰੇ ਗੁਰੂ ਦੀ ਸੇਵਾ ਦੇ ਵਿੱਚ ਕਿਸੇ ਰਾਜ ਭਾਗ ਵਿੱਚ ਥੋੜਾ ਹੈ, ਕਿਸੇ ਪਦਾਰਥ ਵਿੱਚ ਥੋੜਾ। ਸਾਨੂੰ ਲੱਗਦਾ ਹੈ ਹੁਣ ਤੁਸੀਂ ਕਾਲੀ ਐਨਕ ਅੱਖਾਂ ਤੇ ਲਾ ਲਓ, ਧੁੱਪ 'ਚ ਵੀ ਛਾਂ ਲੱਗਦੀ ਹੈ। ਕਿ ਜੋ ਛਾਂ ਲੱਗਦੀ ਹੈ ਕਿ ਉਹ ਛਾਂ ਹੈ? ਧੁੱਪ ਹੈ, ਉਹ ਸੇਕ ਵੀ ਦੇ ਰਹੀ ਹੈ, ਪਰ ਕਾਲੇ ਸਨ ਗਲਾਸਿਸ ਦੱਸਦੇ ਆ ਵੀ ਤੇਰੇ ਸਾਹਮਣੇ ਪਰਛਾਵਾਂ ਹੈ।
गुरु साहब ने बड़े प्रमाण दिते हुए, सड़क ते जाइए, रेते कोल जाइए, मृग तृष्णा गुरु साहब ने जिक्र किया। मृग तृष्णा की आपां रोड ते जाइए, गर्मी का समय, दूरों इतना लगता भी सड़क ते पानी खड़ा, कदे ध्यान रखिए, बहुती तपश पैंदी होवे, जद गड्डी नेड़े आउंदी उत्थे कोई पानी नहीं, कोई रुख नहीं, कोई छां नहीं, भुलेखा ना हो। कहते बस बंदे नूं आही भुलेखा है, फलाना बंदा अमीर है, वो सैट है, उहदे कोल पदार्थ ने, वो बड़ा खुश है। मर्द कहते दुनिया सिर्फ दुखां दी दुकान, आखो सतनाम बाबे, इत्थे सुख नहीं है, कोई सुख नहीं है इत्थे। ते जे दुनिया विच सुख ने ते राजे भरतरी दा दिमाग क्यों खराब हो गया, वो सारा कुछ छड्ड के साध बन गया। राजे बिक्रमाजीत दा दिमाग क्यों खराब होया, दुनिया दे सुखां नूं छड्ड के राज भाग मिलदा जी किते, फकीर बन गया। राजे हरिचंद का जिक्र करके वेख लो, सारी दुनिया छड्ड के दान पुण्य करके अपनी पत्नी परिवार भी दान कर गया। उन्होंने पता सी दुनिया के पदार्थों च सुख नहीं। मैं कहना जिन्ना बंदा वध पदार्थों विच है, जिन्नी माया ज्यादा है, उन्ना वड्डा रोगी है, उन्ना दुखिया है। इन्ना गरीब परेशान नहीं जिन्ना अमीर परेशान है। क्यों? भगती दोनों को नहीं है। जे गरीब भी नाम नहीं जपदा, दुखी वो भी बड़ा है। जिहदे कोल नाम है उहदे कोल सबर है। घर दो रोटियां पक्कियां, सारा टब्बर खुश है, कहते शुक्र है गल दो दी नहीं भी दो पक्कियां, शुक्र इस गल दा कोई उन्हें अज दाना पानी देन लगे सानू नहीं वसारिया, आखो सतनाम पक्कियां दे। आ सोच किथों ले आई? गुरु साहब कहते पादा जी दुनिया दुखी है सारी, बाणी के बचन ने नानक दुखिया सब संसार। जो गुरु साहब कहते सारी दुनिया दुखी, तो फिर मैं किवें कह सकदा फलाना सुखी है, फलाना खुश है? भुलेखे आ, बस भरम ही पाले होए आ। जिद्दां कहते नहीं आपां भी दूजे की थाली च लड्डू वड्डा लगदा ना, भी उहदा परिवार बड़ा सोहना है, उहदे मित्र दोस्त बड़े चंगे, घर बार चंगा। नहीं, ऐसा कुछ नहीं है। हो सकदा वो साडे वल वेखदा होवे भी यार बंदे किन्ने चंगे, इन्हां दे घर कोई नहीं आउंदा, किन्ने खुश ने, अपने आप च जी रहे आ। असीं ते लोकां नूं चाह बनाउंदे मर जांदे, कदे कोई आ गया, कदे कोई आ गया। की पता सानूं कौन साडे वर्गा बनना चाहुंदा जां असीं किहदे वर्गा बनना चाहुंदे। गुरु साहब दे स्पष्ट बोल सन पादा जी, ये दुखां भरे संसार दे विच भगती तो बिना किते भी सुख नहीं। निदय संदेही भई मुझ देओ, उतर देहो दयानंद सो। पादा जी कहते महाराज फिर मैनूं इस गल दा भी उत्तर दे दिओ किरपा करके भी ये सुख है किहड़ी थां ते है। हुण इह ते गल तुसीं कहती भी हर कोई दुखी है, ये भी दस दिओ जी सुख मिलदा किते, मिलूगा कित्थों? भगतां दा आपां जीवन पढ़दे आ। भगत पीपा जी राजे सी, पढ़िओ कदे जीवन, राज भाग छड्ड के भगती जावे। भगत प्रहलाद वर्गे महापुरख राजे दे पुत्र ने, फिर राजे ने सब कुछ छड्डता, उन्होंने भगती जुड़ गई। ध्रुव दा जीवन पढ़ के वेखो, उतानपाद पिता किड्डा बड़ा राजा है भारत खंड दा, उन्हें सारा कुछ ही छड्डता, कहना मैं तेरे राज भाग दो की लैना, मैनूं ते सच्चा राज चाहिए, सच्चा राज। ते असीं सुणाई जाते हैं भी वो जंगलों च गया, उन्हें 36 साल तप किया ते फिर राज मिल गया। आ राज थोड़ा सी, बाणी पढ़िओ महाराज कहते अटल राज है ध्रुव दा। महाराज ते कहते हैं असीं दुनियावी राज दीआं गल्लां, दुनियावी राज भाग विच बड़े दुख ने, दुनिया के पदार्थों में दुख ही दुख ने। जब पादा जी ने बेनती की ते मेरे सतगुरु गुरु नानक साहब ने छोटी जी होरे फिर लाया चौंकड़ा, नेत्र कीते बंद, अमृत बचने उच्चारण कीता है। अस सुन कर उत्पल दल लोचन, उचरे बचन लुचर दुख मोचन। दुखा नूं कटण वाले सतगुर छोटे छोटे नेत्र बंद करके ला के चौंकड़ा बैठे ते पादा जी सतगुरां दी अखियां वेखदे, बुलियां वेखदे, बड़े प्यार विच गुरु साहब गाउण लगे ने। जगत पदार्थ हित बैरागा, तृतीय शब्द पद लखत सुभागा। पातशाह कहते पादा जी इस शब्द का तीजा बंद है, अमृत बचन एक ही है, ये 4 भागां च गुरु साहब ने उच्चारण किया है, जिन्होंने पदा कहते हैं, पद कहते हैं। जो सतगुरां दी रसना तो सुनिया पादा अपने आप को बलिहार जाता है, गुरु तो कुर्बान जाता है, चित करता है इन्हां दे चरण चुम लवां। श्री मुखवाक एक आवहें एक जाही, उठ
ਲਖੀਐ ਨਾਮ ਸਲਾਰ। ਅੰਮ੍ਰਿਤ ਬਾਣੀ ਰਸਨਾ ਤੇ ਆਈ, ਇੱਕ ਆਵ ਹੈ ਇੱਕ ਜਾਹੇ ਉਠ। ਇੱਥੇ ਵਿਸ਼ਰਾਮ ਦਿੱਤਾ ਬਾਬੇ, ਰੱਖੀਐ ਨਾਮ ਸਲਾਰ। ਮਰਦ ਕਹਿੰਦੇ ਦੁਨੀਆ ਤੇ ਇੱਕ ਆਇਆ ਇੱਕ ਗਿਆ। ਕਿੰਨੇ ਰਾਜੇ ਆਏ ਜੀ? ਜੇਕਰ ਜੇ ਰਾਜ ਭਾਗ ਸੱਚ ਹੈ, ਜੇ ਰਾਜ ਵਿੱਚ ਸੁੱਖ ਹੈ, ਤੇ ਰਾਜੇ ਮਹਾਰਾਜੇ ਮਰਦੇ ਕਿਉਂ ਨੇ? ਜਦੋਂ ਪਤਾ ਹੈ ਗਰੀਬ ਨੇ ਵੀ ਮਰਨਾ ਹੈ, ਪਸ਼ੂਆਂ ਨੇ ਵੀ ਮਰਨਾ ਹੈ, ਚਲੋ ਤੇ ਦੁਖੀ ਨੇ। ਰਾਜਾ ਤੇ ਸੁਖੀ ਹੈ, ਉਹ ਕਿਉਂ ਮਰਦਾ ਹੈ? 36 ਪ੍ਰਕਾਰ ਦੇ ਭੋਜਨ ਖਾਂਦਾ, ਦੁਨੀਆ ਦੇ ਸੁੱਖ ਭੋਗਦਾ, ਜਮਾਨਾ ਮੱਥੇ ਟੇਕਦਾ, ਉਹ ਕਿਉਂ ਦੁਖੀ ਹੈ? ਉਹਨੂੰ ਵੀ ਪਤਾ ਹੈ ਕਿਤੇ ਨਾ ਕਿਤੇ ਮਰਨਾ ਸੱਚ ਹੈ, ਛੱਡਣਾ ਪੈਣਾ ਸਾਰਾ ਕੁਛ, ਪਰ ਮੋਹ ਨਹੀਂ ਛੱਡ ਸਕਦਾ। ਮਰਦ ਕਹਿੰਦੇ ਭਾਈ ਉੱਠ ਕੇ ਚਲੇ ਗਏ ਸੰਸਾਰ ਤੋਂ। ਰੱਖੀਐ ਨਾਮ ਸਲਾਰ। ਕਹਿੰਦੇ ਉਹਨਾਂ ਨੇ ਵੱਡੇ ਵੱਡੇ ਤਖੱਲਸ ਰੱਖ ਲਏ, ਨਾਮ ਰੱਖ ਲਏ। ਕਿਸੇ ਨੇ ਬਾਦਸ਼ਾਹ ਕਹਾ ਲਿਆ, ਕਿਸੇ ਨੇ ਸਮਰਾਟ ਕਹਾ ਲਿਆ। ਸਲਾਰ ਦਾ ਅਰਥ ਹੈ ਇੱਥੇ ਸਰਦਾਰ। ਕਹਿੰਦੇ ਹਰ ਬੰਦਾ 4 ਬੰਦਿਆਂ ਤੇ ਸਰਦਾਰੀ ਕਰਦਾ ਹੈ। ਕੋਸ਼ਿਸ਼ ਹੈ ਹਰ ਬੰਦੇ ਦੀ, ਮੇਰੇ ਥੱਲੇ ਇੰਨੇ ਲੋਕ ਕੰਮ ਕਰਦੇ ਹੋਣ, ਮੈਨੂੰ ਸਾਰੇ ਸਰਦਾਰ ਕਹਿੰਦੇ ਹੋਣ। ਮਰਦ ਕਹਿੰਦੇ ਸਰਦਾਰ ਬਣਿਆ, ਬਾਦਸ਼ਾਹ ਬਣਿਆ, ਰਾਜਾ ਬਣਿਆ, ਕੀ ਹੋਇਆ? ਆਏ ਦੁਨੀਆ ਤੇ ਚਲੇ ਗਏ। ਫਿਰ ਬਾਣੀ ਕਹਿੰਦੀ ਹੈ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਨਹੀਂ। ਮਰਨਾ ਰਾਜਿਆਂ ਨੇ ਵੀ ਹੈ, ਮਰਨਾ ਰਾਣੀਆਂ ਨੇ ਵੀ ਹੈ, ਮਰਨਾ ਵਜ਼ੀਰਾਂ ਨੇ ਵੀ ਹੈ, ਮਰਨਾ ਦਾਨਿਸ਼ਮੰਦ ਦੌਲਤਮੰਦ ਨੇ ਵੀ ਹੈ, ਮਰਨਾ ਭੀਖ ਮੰਗੇ ਗਰੀਬ ਤੇ ਮੰਗਦੇ ਨੇ ਵੀ ਹੈ। ਜਦ ਮਰਨਾ ਸੱਚ ਸਾਰਿਆਂ ਸਾਹਮਣੇ ਹੈ, ਤੇ ਫਿਰ ਬੰਦਾ ਮਰਨ ਤੋਂ ਡਰਦਾ ਕਿਉਂ ਨਹੀਂ? ਡਰਦਾ ਤੇ ਹੈ, ਸੁੱਖਾਂ ਦੇ ਵਿੱਚ ਕੋਸ਼ਿਸ਼ ਕਰਦਾ ਕਿਤੇ ਮੌਤ ਟਲ ਜੇ। ਕਿੰਨੇ ਰਾਜੇ ਹੋਏ ਸਿਕੰਦਰ ਵਰਗੇ ਜਿਨ੍ਹਾਂ ਕੋਸ਼ਿਸ਼ਾਂ ਕੀਤੀਆਂ ਮੈਂ ਮਰਾਂ। ਕਿੰਨੇ ਰਾਜੇ ਜੁਜਾਤੀ ਵਰਗੇ ਹੋਏ ਜਿਨ੍ਹਾਂ ਮੌਤ ਟਾਲਣ ਦੀ ਕੋਸ਼ਿਸ਼ ਕੀਤੀ। ਰਾਜੇ ਪ੍ਰੀਸ਼ਦ ਵਰਗੇ ਕਹਿੰਦੇ ਸੀ ਮੈਨੂੰ ਮੌਤ ਨਾ ਆਵੇ, ਮੇਰੇ ਕੋਲ ਇੰਨੀ ਦੌਲਤ ਸ਼ੌਹਰਤ ਪਦਾਰਥ ਪਏ ਆ। ਅੱਜ ਵੀ ਮਿਸਰ ਦੇਸ਼ ਵਿੱਚ ਜਾ ਕੇ ਵੇਖੋ, ਉਹਨਾਂ ਰਾਜੇ ਮਹਾਰਾਜਿਆਂ ਦੀਆਂ ਮਮੀ ਬਣਾ ਕੇ ਰੱਖੀਆਂ। ਉਹਨਾਂ ਨੂੰ ਆਸਾਂ ਨਹੀਂ ਅਜੇ ਤੱਕ ਕਦੇ ਹਜ਼ਾਰਾਂ ਸਾਲਾਂ ਬਾਅਦ ਕੋਈ ਐਸੀ ਦਵਾਈ ਬੂਟੀ ਆ ਜਾਊ, ਕੋਈ ਐਸੀ ਟੈਕਨੋਲੋਜੀ ਆ ਜਾਊ, ਅਸੀਂ ਉੱਠ ਬੈਠਾਂਗੇ। ਇੱਕ ਆਸ ਸੀ, ਨਹੀਂ ਜੀਵਤ ਹੋ ਸਕਦੇ। ਮਰਦ ਕਹਿੰਦੇ ਭਾਈ ਵੱਡੇ ਵੱਡੇ ਨਾਮ ਰਖਾ ਲਏ। ਨਾਮ ਰਖਾਇਆ ਕੀ ਹੋਣਾ? ਵੱਡਾ ਨਾਮ ਧਰਾਏ ਕਹਿ ਗਾਲੇ ਔਗਣ ਭਾਰਾ। ਜਿੱਡਾ ਬੰਦਾ ਨਾਮ ਰੱਖ ਲੈਂਦਾ ਉੱਡਾ ਕਹਿੰਦੇ ਪਾਪ ਸਿਰ ਤੇ ਚੜ ਜਾਂਦਾ ਹੈ। ਨਾਮ ਰੱਖਿਆ ਤੋਂ ਰਾਜਾ ਕਦੇ ਸਥਿਰ ਨਹੀਂ ਹੁੰਦਾ। ਇੱਕ ਉਪਾਏ ਮੰਗਤੇ, ਇੱਕ ਨਾ ਵੱਡੇ ਦਰਬਾਰ। ਉਸ ਨਿਰੰਕਾਰ ਨੇ ਰਾਜੇ ਮਹਾਰਾਜਿਆਂ ਨੂੰ ਵੀ ਮੌਤ ਦਿੱਤੀ। ਇੱਕ ਉਪਾਏ ਮੰਗਤੇ, ਕਹਿੰਦੇ ਇੱਕ ਉਹਨੇ ਮੰਗਣ ਵਾਲੇ ਸਾਜੇ, ਇੱਕ ਨਾ ਵੱਡੇ ਦਰਬਾਰ। ਇੱਕ ਦੇ ਵੱਡੇ ਵੱਡੇ ਦਰਬਾਰ ਬਣ ਗਏ, ਲੋਕੀ ਹੱਥ ਜੋੜ ਕੇ ਮਿਲਣ ਨੂੰ ਫਿਰਦੇ ਆ, ਪਰ ਐਕਚੁਅਲ ਵਿੱਚ ਵੇਖੀਏ ਮੰਗਤੇ ਦੋਨੋਂ ਹੀ ਨੇ। ਆਖੋ ਸਤਿਨਾਮ। ਇੱਕ ਤੇ ਦਰਵਾਜ਼ੇ ਤੋਂ ਗੁਰੂ ਘਰ ਤੋਂ ਬਾਹਰ ਖੜ ਕੇ ਮੰਗ ਲੈਂਦਾ, ਧਾਰਮਿਕ ਸਥਾਨ ਤੋਂ, ਵੀ ਕੋਈ ਅੱਲਾ ਦੇ ਨਾਂ ਤੇ 1-2 ਰੁਪਈਆ ਦੇ ਦੇ, ਮੰਗਤਾ ਨਾ ਜੀ। ਇੱਕ ਧਰਮ ਦੀ ਦੁਨੀਆ ਦੇ ਵਿੱਚ ਅੰਦਰ ਆ ਕੇ ਵੱਡਾ ਮੰਗਤਾ ਅੱਗੇ ਹੱਥ ਜੋੜ ਕੇ ਖੜ ਜਾਂਦਾ ਹੈ, ਰੱਬਾ ਮੈਨੂੰ ਆਹ ਪਦਾਰਥ ਦੇ ਦੇ, ਮੈਨੂੰ ਇੱਥੋਂ ਵਾਅਦਾ ਕਰਾ ਦੇ, ਮੈਨੂੰ ਇੱਥੋਂ ਫਾਇਦਾ ਕਰਾ ਦੇ। ਦੱਸੋ ਫਿਰ ਮੰਗਤਾ ਕੌਣ ਨਹੀਂ ਹੈ? ਉਹ ਕਿਹੜਾ ਦੁਨੀਆ ਤੇ ਜਿਹੜਾ ਰੱਬ ਤੋਂ ਨਹੀਂ ਮੰਗਦਾ? ਮੰਗਣ ਵਾਲੇ ਦਾ ਨਾਮ ਮੰਗਤਾ ਹੈ। ਸਤਿਗੁਰ ਕਹਿੰਦੇ ਕੀ ਹੋਇਆ ਜੇ ਰੱਬ ਨੇ ਇੱਕ ਮੰਗਤਾ ਬਣਾਤਾ, ਇੱਕ ਬਾਦਸ਼ਾਹ ਬਣਾਤਾ, ਪਰ ਸੋਚ ਦੋਨਾਂ ਦੀ ਦੁੱਖਾਂ ਦੀ ਖੜੀ ਹੈ। ਇੱਕ ਪੇਟ ਲਈ ਮੰਗੀ ਜਾਂਦਾ ਹੈ, ਇੱਕ ਦਿਖਾਵੇ ਲਈ ਮੰਗੀ ਜਾਂਦਾ ਹੈ। ਰੱਖੀਆ ਨਾਮ ਸਲਾਰ, ਬੇਸ਼ੱਕ ਨਾਮ ਵੱਡੇ ਰੱਖ ਲਏ। ਕਹਿੰਦੇ ਰੱਬ ਨੇ ਮੰਗਤੇ ਵੀ ਬਣਾਏ, ਉਹਨੇ ਰਾਜੇ ਵੀ ਬਣਾਏ, ਪਰ ਜਿਹਨੂੰ ਨਾਮ ਦੀ ਦਾਤ ਦਿੱਤੀ ਦੋਨਾਂ ਚੋਂ ਸੁਖੀ ਉਹੀ। ਆਖੋ ਸਤਿਨਾਮ। ਜੇ ਨਾਮ ਮੰਗਤਾ ਸੁਖੀ ਤੇ ਨਾ ਰਾਜਾ ਸੁਖੀ, ਜੇ ਭਗਤੀ ਕੋਲ ਨਹੀਂ ਹੈ। ਜਦੋਂ ਇਹ ਬਚਨ ਸਤਿਗੁਰਾਂ ਨੇ ਆਖੇ ਨਾ, ਨੇਤਰਾਂ 'ਚ ਹੰਝੂ ਆ ਗਏ। ਦੇਖੋ ਮਾਤਾ ਜੀ ਨੇ ਕੀ ਕਿਹਾ ਸੀ, ਮਹਾਰਾਜ ਰਾਜੇ ਮਹਾਰਾਜੇ ਇੰਨੇ ਪਾਪ ਕਰਦੇ ਆ, ਉਹ ਤੇ ਵੱਡੇ ਕਰਮ ਨੇ ਉਹਨਾਂ ਦੇ ਫਿਰਦੇ, ਨਾਮ ਵੀ ਨਹੀਂ ਜਪਦੇ, ਇੰਨਾ ਕੁਝ ਰੱਬ ਨੇ ਦਿੱਤਾ ਹੋਇਆ। ਤੇ ਇੱਕ ਗਰੀਬ ਵਿਚਾਰਾ ਜ਼ਿੰਦਗੀ ਵਿੱਚ ਰੋਟੀ ਟੁੱਕ ਪਿੱਛੇ ਮਰ ਜਾਂਦਾ ਸਾਰੀ ਜ਼ਿੰਦਗੀ। ਬੜੇ ਲੋਕ ਨੇ ਜੀ, ਲੱਖ ਰੁਪਈਆ ਕਰਜ਼ਾ ਚੜ ਗਿਆ, ਫਾਹਾ ਲੈ ਲਿਆ। ਲੋਕੀ ਕਹਿੰਦੇ ਯਾਰ ਲੱਖ ਪਿੱਛੇ ਮਰ ਗਿਆ। ਇੱਕ ਬੰਦਾ ਲੱਖ ਰੁਪਏ ਦੀ ਰੋਜ਼ ਦਾਰੂ ਪੀ ਜਾਂਦਾ, ਲੱਖ ਸੁੱਟ ਵੀ ਆਉਂਦਾ, ਕਿਤੇ ਵਿਆਹਾਂ ਤੇ ਵੀ ਸੁੱਟ ਦਿੰਦਾ ਹੈ। ਉਹਦੇ ਲਈ ਫਰਕ ਕੋਈ ਨਹੀਂ, ਇੱਕ ਦੀ ਜ਼ਿੰਦਗੀ ਲੱਖ ਤੇ ਖੜੀ ਹੈ। ਪਰ ਕਹਿੰਦੇ ਨਹੀਂ, ਸੁਖੀ ਉਹ ਹੈ ਜਿਹਦੇ ਅੰਦਰ ਭਗਤੀ ਹੈ, ਜਿਹਦੇ ਅੰਦਰ ਨਾਮ ਦਾ ਕਿਣਕਾ ਹੈ। ਅੱਗੇ ਗਿਆ ਜਾਣੀਏ ਬਿਨ ਨਾਮੈ ਵਿਕਾਰ। ਸਤਿਗੁਰ ਕਹਿੰਦੇ ਭਾਈ ਗੱਲ ਤੇ ਉਦੋਂ ਬਣਨੀ ਅੱਗੇ ਗਿਆ ਜਾਣੀਏ। ਅੱਗੇ ਕਿਹਦੀ ਇੱਜ਼ਤ ਹੈ? ਬਿਨ ਨਾਮੈ ਬੇਕਾਰ। ਇੱਥੇ ਨਾਂ ਵੱਡਾ ਰਖਾਇਆ ਕੁਛ ਨਹੀਂ ਹੋਣਾ। ਜੇ ਨਾਮ ਜੀਵਨ ਵਿੱਚ ਨਹੀਂ ਜਪਿਆ,
बाणी कहती है कि राजियां नूं भी दुख ने, गरीबां नूं भी दुख ने। भाई बड़े बड़े लोग इत्थे होए ने, वड्डा हुआ दुनीदार गल संगल करते चलाया। अगे करनी कीरतबाजी है, वह लेखा कर समझाया। कहंदी उत्थे तेरी कीरत तेरी सिफत नहीं लेखनी, उत्थे नाम दी कीरत किन्नी कीती वो वाची जानी, वो पढ़ी जानी, वो वेखी जानी है। भावे फिर मंगता होवे जा होवे राजा, नाम जपण वालियां दा अदब हुंदा है, सत्कार हुंदा है। कहंदे इत्थे राजे महाराजे कीते कर्मा करके कुछ पा सकदे, पर कर्म ऐसे पापां वाले बना रहे हैं ना। तप करके राज मिल गया, राज करके हुण नरक दी तैयारी है। ना जिउंदे जी सुखी सी। दसो जी किहड़ा MLA, किहड़ा MP, किहड़ा प्रधानमंत्री एक नूं फड़ के दस दिओ भी जीवन विच बड़ा खुश सी ते बड़ा संतुष्ट सी अज तक दुनिया किहड़े किहड़े होए आ, किन्ने किन्ने राजे होए आ। दुनिया ते राज कीता सिकंदर वर्गे, उन्हां दा जीवन पढ़ के वेखो जांदे हो भी कहंदे साडे हत्थ जनाजे जो बाहर कर दिओ भाई। सिकंदर ने दुनिया दा 5% हिस्सा जित लिया सी, सब तो वड्डा राजा होया दुनिया ते राज करने वाला सिकंदर। वो भी दुखी गया, वो भी रोया भी मैनू मेरे वैद हकीम मेरा पैसा मेरी दौलत शौहरत बचा नहीं सकी। सतगुर कहंदे भाई राजे महाराजे भी उत्थे नरक भोगदे ने, दरगाह दे विचों दुख पाउंदे ने। दोहरा तप के जिना सुवासना, जन्म अनंत तर सोए। ये सी भी एक मंगता बन के जमदा ते एक राजा हो क्यों? कहते पिछले जन्म च किसी ने कोई ना कोई तप किया, वासना रख गई। जिवें आपां नाम जपदे आ, सारे जपदे आ, चलो इदां तो कोई हो नहीं भी जिहड़ा ना जपदा होवे, माड़ा मोटा टैंपरेरी ते सब दा चली जाता है, पर सच्ची भला भुला साडा नहीं होना। क्यों क्यों नहीं होना जी? क्योंकि असीं जद नाम जपदे आ वासना लैके जपदे आ, सेवा करदे आ वासना लैके करदे आ भी महाराज मैं आ सेवा करूंगा ते मैनूं आ फल दे गुरु दे दिंदे आ। सच्चे पातशाह मैं नाम जपण लग्या मेरा मुंडा पास हो जाए, पक्का हो जाए, हो गया पक्का। दरगाह वास्ते की विच है, जो कुछ इत्थे कीता ओहदा फल इत्थे ही मान लिया, दरगाह दे विच ते फेर खाली दा खाली। आखो सतनाम। भगती करनी सी बिना इच्छा तो, बिना पदार्थां तो, बिना लालच तो। महाराज कहंदे तप बंदा करदा है फल मिलदा है। बड़ियां ने तप कीते राज भाग लई राजे बन गए, ते राजे बन के की कुछ खटिया वेख रहे हो, लानतां खटियां लोकां ने, बदनामियां खटियां। कहंदे मंगता सी जेड़ा ਉਹਨੇ ना भगती की ना रब तो कुछ मंगिया, वो हुण मंगी जांदा है। रोटी बेटी पिछे भज्जा फिरदा, आ भी मिल जे, आ भी मिल जे, आ भी मिल जे, तमा ਉਹਨੂੰ भी लगी हुई है। पर कहंदे जिद्दण नाम दी दात जीवन विच आ गई, फिर की गभरू की बुजुर्ग की मंगता की राजा, रब लई सब एक समान है। क्योंकि राजा रूजा इत्थे कोई नहीं है। बाणी ने स्पष्ट किया है को हर समान नहीं राजा, ए भूपत सब दिवस चार के झूठे करत दिवाजा। कहंदे उस रब परमात्मा वर्गा राजा कोई नहीं है। दुनिया दे भूपत राजे झूठे ने, 4 दिनां दे ने। अज राजा है कल नहीं होएगा। सच्चे पातशाह दे बचना ने कहंदे पादा जी नूं इन्ना नीवा करता जीवन करके, वो असीं ते करतूतां करके नीवे होए पए आ, जीवन करके नीवे होए। निमरता आवे, कहते हथ कंबण लग पे सच्चे पातशाह मैं ते लेखे पढ़ा के कहंदा सी लोकां नूं भी तैनूं पटवारी बनाता, पता नहीं किहड़ा पुण्य वाला काम करता। जे मैं दान कीता मैनूं लगदा मैं पता नहीं किड्डा, मैं किसी नूं कंबल देता, किसी नूं लोई देती, किसी नूं जुत्ती पवाती, पता नहीं किधर दा दानी हो गया। जे दानियां दी लिस्ट वेख के ते ट्रक्कां दे ट्रक भरी फिरदे लोकी। पर हाँ भावे ट्रक भर के दे दी, भावे एक जुत्ती पा दे किसी दे पैर विच, जे दान करके पिछे हौमे खड़ी रह गई ना भी मैं दान कीता, वो पैरां च पाई जुत्ती दरगाह च सिर च वजनी। आखो सतनाम। वो दान कीता भी महंगा पैना, मैं कीता, मैं ते फिर बड़े दी जाना है। जदों कोई नाम जपदा रब दे नेड़े हो जांदा, वो कहंदे कबीर तू करता तू हुआ मुझ में रहा ना हूं। कहंदे आपा भाव मर जांदा है। गुरु नानक साहब सच्चे पातशाह पादा जी दे ताईं उपदेश दे रहे ने। ये अमृत वचन इन्ने आनंदमई ने, जिन्ना गाई जाओ, पढ़ी जाओ, विचारी जाओ, अंदर दा रस आएगा। क्योंकि गुरु साहब ने जेड़े सवालों के जवाब दिते है ना जी, मैनूं लगदा अज तक आपां इसे भब्बल भूसे विच सी भी ये अमीर है शायद वड्डे घर ने,
ਇਹਦੇ ਕੋਲ ਇੰਨਾ ਪੈਸਾ, ਇਹਦੀ ਭਗਤੀ ਹੋਊ, ਕੋਈ ਪਿਛਲੇ ਜਨਮ ਦਾ ਤਪ ਕੀਤਾ ਹੋਣਾ, ਇਹ ਅੱਗੇ ਸੁਖੀ ਹੋਊਗਾ ਕਿਉਂਕਿ ਇਹਦੇ ਕੋਲ ਪੈਸੇ ਨੇ। ਇਹ ਧਰਮ ਦੇ ਕੰਮ ਸਾਰੇ ਕਰਾ ਲੈਂਦਾ, ਜਗ ਵੀ ਕਰ ਲੈਂਦਾ, ਤਪ ਵੀ ਕਰ ਲੈਂਦਾ, ਦਾਨ ਵੀ ਕਰ ਲੈਂਦਾ। ਨਹੀਂ ਭਾਈ, ਮਾਇਆ ਨਾਲ ਕੀਤੇ ਹੋਏ ਕਾਰਜ ਦੁਖਦਾਈ ਅੱਜ ਵੀ ਨੇ, ਦੁਖਦਾਈ ਕੱਲ ਵੀ ਨੇ। ਹਿਰਦੇ ਨਾਲ ਕੀਤੇ ਕਾਰਜ ਅੱਜ ਵੀ ਸੁਹੇਲੇ ਨੇ, ਕੱਲ ਵੀ ਸੁਹੇਲੇ ਨੇ। ਜਿਵੇਂ ਜਿਵੇਂ ਮਰਦ ਅਗਲਾ ਉਪਦੇਸ਼ ਬਖਸ਼ਿਸ਼ ਕਰਨਗੇ, ਕੱਲ ਦੀ ਦੀਵਾਨਾ ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।